दिशा जिसमें है अमृत ज्ञान है, मानक भगत वैराग। श्री गुरु ग्रंथ साहिब उदद बंदों कर अनुराग। एकंकार सतगुरु तेह प्रसाद सच होए। वाहिगुरु जी की फतेह। बिघ्न विनाशन सोए। वाहिगुरु जी की फतेह। बिघ्न विनाशन सोए। सतनाम श्री वाहिगुरु साहिब जी। हमरो निश्चा तुम उर नासा। याते तुर्क देह तुझ त्रासा। निस बेताए कर तहाँ कृपाल। हमरो निश्चा तुम उर नासा। याते तुर्क देह तुझ त्रासा। इम सरापत किए साध कृपाल। निस बेताए कर तहाँ कृपाल। वाहिगुरु जी का खालसा वाहिगुरु जी की फतेह। सतगुरु दीन अते दुनिया दे मालक, चवर छतर तखत सिंहासन ते विराजमान सतगुरु शब्द गुरु विश्व की इकलौती आस। धन धन साहिब श्री गुरु ग्रंथ साहिब सच्चे पातशाह जी। तिन्हां दी पावन मुकद्दस हजूरी दे अंदर पहुंच करके संध्या दे समय दे दीवाना दी हाजरी भर रही सतगुरां की साजी और निवाजी खालसा सत संगत जी। सतगुरां ने अपार बख्शिश मेहरामत की है। सरबत संगतां सहबां दे पावन चरणां विच जुड़ मिल करके हाजरी भर करके अपनी हयाती दे इन्हां पलां नूं सफल कर रहे हां। सतगुरां दी पावन हजूरी दे अंदर पहुंच करके संगतां ने दोए कर जोड़ सतगुरां दा शुकराना कीता है। सतगुरु चार पैर दिहाड़ा आप जी दे पानी अंदर बतीत होया है। चार पैर आउंदी रहन अपने पानी दे अंदर बतीत करवायो। ये तरस ते आधार दे उत्ते सतगुरु सच्चे पातशाह जी दे पावन चरणां विच दिव्य जोतरी कीती है। आओ गुरु गोबिंद सिंह महाराज साहब सच्चे पातशाह जियां दे पावन जीवन नूं पढ़न दा विचारन दा यत्न करिए। कल दे दीवाना दे अंदर गुरु गोबिंद सिंह महाराज साहब जियां ने अपार बख्शिश मेहरामत करके ये वचन करवाए ने। सतगुरु हेहर पिंड दे अंदर पहुंचते ने। गनी खान ते नबी खान एक पटा लिख करके कंगन दे करके अपने पुत्र बना करके ते गनी खान ते नबी खान विदा करते। अगले पासे हुण किरपाल उदासी दे नाल मुलाकात ते वचन विलास हुंदे ने। जदों गनी खां ते नबी खां
ਸਤਿਗੁਰਾਂ ਤੋਂ ਆਗਿਆ ਲੈ ਕੇ ਚਲੇ ਜਾਂਦੇ ਨੇ ਤੇ ਹੁਣ ਕਿਰਪਾਲ ਉਦਾਸੀ ਦੇ ਮਨ ਦੇ ਅੰਦਰ ਇਹ ਵਿਚਾਰ ਆਇਆ ਕਿ ਗੁਰੂ ਕਲਗੀਧਰ ਮਹਾਰਾਜ ਇਸ ਅਸਥਾਨ ਦੇ ਉੱਤੇ ਰਹਿਣਗੇ। ਸਤਿਗੁਰਾਂ ਦੇ ਨਾਲ ਕੁਝ ਵਚਨ ਵਿਰਾਸ ਕਰਦਾ ਹੈ, ਮਨੋ ਮਨ ਵਿਉਂਤ ਬਣਾਉਂਦਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਥਾਂ ਦੇ ਮੇਰੇ ਡੇਰੇ ਦੇ ਵਿੱਚ ਰਹਿ ਕੇ ਡੇਰਾ ਬਰਬਾਦ ਹੋ ਜਾਵੇਗਾ। ਮਨ ਦੇ ਅੰਦਰ ਵਿਉਂਤਾ ਗੁਰੂ ਐਵੇਂ ਬਣਾਉਂਦਾ ਹੈ। ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀਆਂ ਨੂੰ ਤੁਰਕਾਂ ਦੇ ਕੋਲੋਂ ਡਰਾਉਂਦਾ ਹੈ ਕਿਉਂਕਿ ਡਰ ਸੀ, ਪੈਰ ਥਿੜਕ ਗਏ ਸੀ, ਦ੍ਰਿੜਤਾ ਨਹੀਂ ਸੀ ਮਨ ਦੇ ਅੰਦਰ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਵਚਨ ਆਖੇ। ਮਹਾਰਾਜ ਕਹਿਣ ਲੱਗੇ ਤੂੰ ਸਾਨੂੰ ਤੁਰਕਾਂ ਤੋਂ ਡਰਾਉਣਾ ਪਿਆ ਏ, ਜਿੰਨੀ ਹਯਾਤੀ ਅਸੀਂ ਬਤੀਤ ਕੀਤੀ ਏ ਅਸੀਂ ਇਹਨਾਂ ਨੂੰ ਲੋਹੇ ਦੇ ਚਣੇ ਚਵਾਏ ਨੇ, ਤੂੰ ਕਿਹੜੇ ਤੁਰਕਾਂ ਦੀ ਗੱਲ ਪਿਆ ਕਰਦਾ ਏ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਚਨ ਆਖੇ ਕਿਰਪਾਲ ਦਾਸ ਇਹ ਗੱਲ ਯਾਦ ਰੱਖ, ਜਿੰਨਾ ਚਿਰ ਖਾਲਸਾ ਜੰਗ ਦੇ ਮੈਦਾਨ ਦੇ ਅੰਦਰ ਜੂਝਿਆ ਏ ਤੇ ਅਸੀਂ ਤੁਰਕਾਂ ਦੇ ਪੈਰ ਉੱਥੇ ਲੱਗਣ ਨਹੀਂ ਦਿੱਤੇ ਤੇ ਤੂੰ ਸਾਨੂੰ ਇਹਨਾਂ ਤੁਰਕਾਂ ਦੇ ਕੋਲੋਂ ਡਰਾਉਣਾ ਪਿਆ ਏ। ਇਥੋਂ ਤੱਕ ਬਚਨ ਅਸੀਂ ਕੱਲ ਦੇ ਦੀਵਾਨਾਂ ਦੇ ਅੰਦਰ ਵਾਚੇ ਨੇ। ਆਓ ਇਸ ਤੋਂ ਅਗਲੇ ਕਿਰਪਾਲ ਉਦਾਸੀ ਹੁਣ ਪੈਰਾਂ ਤੋਂ ਥਿੜਕਿਆ, ਗੁਰੂ ਦੇ ਦ੍ਰਿੜ ਨਿਸ਼ਚਾ ਨਹੀਂ ਰਿਹਾ, ਗੁਰੂ ਦੇ ਉੱਤੋਂ ਭਰੋਸਾ ਉੱਠ ਗਿਆ ਏ ਵੀ ਹੁਣ ਬਣੇਗਾ ਕੀ। ਤੁਰਕਾਂ ਦੇ ਡਰ ਦੇ ਨਾਲ ਹਿਰਦਾ ਕਮਲਾਉਂਦਾ ਪਿਆ ਏ, ਅੰਦਰ ਘਬਰਾ ਪਿਆ ਏ ਵੀ ਹੁਣ ਬਣੇਗਾ ਕੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਦੀ ਰਾਤ ਇਸ ਥਾਂ ਦੇ ਉੱਤੇ ਰਹੇ। ਤੇ ਆਖਰਕਾਰ ਹੋਇਆ ਉਵੇਂ। ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਰਾਤ ਨੂੰ ਉਸ ਡੇਰੇ ਦੇ ਵਿੱਚ ਰਹੇ ਤੇ ਮਨ ਦੇ ਅੰਦਰ ਦ੍ਰਿੜਤਾ ਨਹੀਂ, ਪੈਰ ਹਿੱਲ ਗਏ। ਤੇ ਆਓ ਅਗਲੇਰੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਵੇਂ ਕਿਰਪਾ ਪਏ ਕਰਦੇ ਨੇ, ਕਿਵੇਂ ਕਿਰਪਾਲ ਉਦਾਸੀ ਦੇ ਕੋਲੋਂ ਅਗਾਂਹ ਕਰਕੇ ਲੰਘਦੇ ਨੇ, ਕਿਵੇਂ ਵਚਨ ਵਿਲਾਸ ਕਰਦੇ ਨੇ। ਕਰੋ ਕਿਰਪਾ ਸਾਰੀ ਸੰਗਤ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਕ ਚਰਨਾਂ ਦਾ ਧਿਆਨ ਕਰੀਏ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਯਾਦ ਕਰੀਏ ਤੇ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਸਤਿਗੁਰਾਂ ਤੋਂ ਅਸੀਸ ਪ੍ਰਾਪਤ ਕਰੀਏ ਤੇ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮਰ ਨਿਸ਼ਚਾ ਤੁਮ ਉਰ ਨਾਸਾ। ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਕਿਰਪਾਲ ਉਦਾਸੀ ਨੂੰ ਇਹ ਬਚਨ ਆਖੇ ਹਮਰੋ ਨਿਹਚਾ ਤੁਮ ਉਰ ਨਾਸਾ। ਮਹਾਰਾਜ ਕਹਿੰਦੇ ਨੇ ਸਾਡਾ ਨਿਹਚਾ, ਅਕਾਲ ਪੁਰਖ ਦਾ ਦ੍ਰਿੜ ਨਿਹਚਾ, ਅਕਾਲ ਪੁਰਖ ਦਾ ਵਿਸ਼ਵਾਸ ਤੇਰੇ ਔਰ ਹਿਰਦੇ ਦੇ ਵਿੱਚੋਂ ਵਿਨਾਸ਼ ਹੋ ਗਿਆ ਹੈ। ਮਹਾਰਾਜ ਕਹਿੰਦੇ ਨੇ ਤੇਰੇ ਹਿਰਦੇ ਦੇ ਵਿੱਚੋਂ ਗੁਰੂ ਦਾ ਡਰ, ਅਕਾਲ ਪੁਰਖ ਦਾ ਡਰ, ਅਕਾਲ ਪੁਰਖ ਦਾ ਭਉ ਪਿਆਰ ਜਿਹੜਾ ਉਹ ਦੂਰ ਹੋ ਗਿਆ ਹੈ। ਜਾਂ ਤੇ ਤੁਰਕ ਦੇਹ ਤੁਝ ਤਰਾਸਾ। ਮਹਾਰਾਜ ਕਹਿੰਦੇ ਨੇ ਇਸੇ ਕਰਕੇ ਤੈਨੂੰ ਤੁਰਕ ਜਿਹੜਾ ਨੇ ਮਹਾਰਾਜ ਕਹਿੰਦੇ ਨੇ ਤਰਾਸ ਦਿੰਦੇ ਪਏ ਨੇ। ਗੁਰੂ ਦਾ ਭੈ ਹਿਰਦੇ ਦੇ ਅੰਦਰ ਨਹੀਂ, ਗੁਰੂ ਦੀ ਬਾਣੀ ਦਾ ਭੈ ਹਿਰਦੇ ਦੇ ਅੰਦਰ ਨਹੀਂ, ਗੁਰੂ ਦੇ ਦਿੱਤੇ ਉਪਦੇਸ਼ ਦਾ ਭੈ ਇਸ ਹਿਰਦੇ ਦੇ ਅੰਦਰ ਨਹੀਂ। ਜਾਂ ਇਉਂ ਬਚਨ ਕਹਿ ਲਈਏ ਗੁਰੂ ਦਾ ਦਿੱਤਾ ਹੁਕਮ ਇਸ ਹਿਰਦੇ ਨੇ ਦ੍ਰਿੜ ਨਹੀਂ ਕੀਤਾ, ਬਚਨਾਂ ਦੇ ਨਾਲ ਤੇ ਦ੍ਰਿੜ ਕਰ ਲਿਆ ਪਰ ਮਨ ਕਰਕੇ ਗੁਰੂ ਦਾ ਉਪਦੇਸ਼ ਮੰਨਿਆ ਨਹੀਂ, ਦ੍ਰਿੜਤਾ ਪੂਰੀ ਬਣੀ ਨਹੀਂ, ਪੱਕਾ ਇਰਾਦਾ ਬਣਿਆ ਨਹੀਂ। ਮਹਾਰਾਜ ਕਹਿੰਦੇ ਨੇ ਇਸੇ ਕਰਕੇ ਮਨ ਦੇ ਅੰਦਰ ਗੁਰੂ ਦਾ ਇਰਾਦਾ ਨਹੀਂ, ਦ੍ਰਿੜਤਾ ਨਹੀਂ ਵੀ ਗੁਰੂ ਰੱਖਿਆ ਕਰੇਗਾ। ਜਿਵੇਂ ਦੁਨੀ ਚੰਦ ਦਾ ਅਸੀਂ ਜ਼ਿਕਰ ਕਰਦੇ ਹਾਂ, ਗੁਰੂ ਦੇ ਭਰੋਸਾ ਨਹੀਂ ਸੀ ਨਾ ਵੀ ਗੁਰੂ ਹਾਥੀ ਦੇ ਨਾਲ ਲੜਾ ਦੇਵੇਗਾ। ਭਾਈ ਬਜਿੱਤਰ ਸਿੰਘ ਨੂੰ ਪੂਰਨ ਵਿਸ਼ਵਾਸ ਸੀ ਕਿ ਗੁਰੂ ਸਰਬ ਕਲਾ ਸਮਰੱਥ ਹੈ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੀ ਕੰਧ ਦੇ ਉੱਤੇ ਥਾਪੜਾ ਦੇ ਦੇਣ ਹਾਥੀ ਦੇ ਕੀ ਮੈਂ ਪੂਰੀ ਦੁਨੀਆ ਨਾਲ ਭੇੜ ਸਕਦਾ ਹਾਂ। ਜੇ ਗੁਰੂ ਗੋਬਿੰਦ ਸਿੰਘ ਥਾਪੜਾ ਦੇ ਦੇਣ ਮੈਂ ਜ਼ਮੀਨ ਜਿਹੜੀ ਹੈ ਉਹ ਅਸਮਾਨ ਤੇ ਕਰ ਦੇਵਾਂਗਾ ਤੇ ਅਸਮਾਨ ਥੱਲੇ ਖਿੱਚ ਕੇ ਜ਼ਮੀਨ ਤੇ ਲੈ ਉੱਤੇ ਆਵਾਂਗਾ। ਇਹ ਸਰਬ ਕਲਾ ਸਮਰੱਥ ਸਤਿਗੁਰੂ ਨੇ। ਕਿਰਪਾਲ ਚੰਦ ਨੂੰ ਸਤਿਗੁਰਾਂ ਨੇ ਆਖਿਆ ਹਿਰਦੇ ਦੇ ਅੰਦਰੋਂ ਗੁਰੂ ਦਾ ਪ੍ਰੇਮ ਪਿਆਰ ਭਾਵ ਦ੍ਰਿੜਤਾ ਨਿਕਲ ਗਈ ਏ, ਇਸੇ ਕਰਕੇ ਹੁਣ ਤੁਰਕਾਂ ਦਾ ਤੈਨੂੰ ਜੰਮ ਜਿਹੜਾ ਏ, ਤੁਰਕਾਂ ਦੇ ਜ਼ਮ ਤੈਨੂੰ ਸਤਾਉਂਦੇ ਪਏ ਨੇ। ਜ਼ਮਾਂ ਦਾ ਡਰ ਮਹਾਰਾਜ ਕਹਿੰਦੇ ਨੇ ਹਿਰਦੇ ਦੇ ਅੰਦਰ ਪ੍ਰਗਟ ਹੋ ਗਿਆ ਹੈ। ਹਿਮ ਸਰਾਪਤ ਕੀਏ ਸਾਧ ਕਿਰਪਾਲ। ਯਾਦ ਰੱਖੋ ਗੁਰੂ ਕਿਸੇ ਨੂੰ ਕਦੀ ਸ਼ਰਾਪ ਨਹੀਂ ਦੇ ਦਿੰਦਾ। ਇਹ ਤੇ ਕਹਿਣ ਦੀਆਂ ਗੱਲਾਂ ਨੇ। ਕੁਝ ਅਖੌਤੀ ਵਿਦਵਾਨ ਅਸੀਂ ਇੱਥੇ ਬਚਨ ਵਰਤਾਂਗੇ, ਕੁਝ ਇਹੋ ਜਿਹੇ ਚੁੰਨ ਗਿਆਨੀ ਨੇ ਜਿਹੜੇ ਜੀ ਗੁਰੂ ਨੇ ਸ਼ਰਾਪ ਦੇ ਦਿੱਤਾ। ਗੁਰੂ ਕੇ ਪਿਆਰਿਓ ਗੁਰੂ ਕਦੇ ਸ਼ਰਾਪ ਨਹੀਂ ਦੇ ਦਿੰਦਾ। ਮਹਾਰਾਜ ਸਾਹਿਬ ਜੀ ਇੱਥੇ ਬਚਨ ਕਰਦੇ ਨੇ ਸਤਿਗੁਰੂ ਸਭਨਾ ਦਾ ਭਲਾ ਮਨਾਏਗਾ, ਸਤਿਗੁਰੂ ਸਭਨਾ ਦਾ ਭਲਾ ਮਨਾਏਗਾ। ਇਹ ਵਚਨ ਇੱਕ ਵਚਨ ਦੇ ਨਾਲ ਇਸ ਗੱਲ ਦੀ ਪੁਸ਼ਟੀ ਹੋ ਜਾਵੇਗੀ। ਅਸੀਂ ਦਸਮ ਗ੍ਰੰਥ ਦੀ ਬਾਣੀ ਪੜ੍ਹਦੇ ਹਾਂ। ਦਸਮ ਗ੍ਰੰਥ ਦੀ ਪਾਵਨ ਗੁਰਬਾਣੀ ਦੇ ਅੰਦਰ ਅਕਾਲ ਪੁਸਤਕ ਦੀ ਪਾਵਨ ਗੁਰਬਾਣੀ, ਦੂਸਰੀ ਪ੍ਰਮੁੱਖ ਗੁਰਬਾਣੀ, ਉਹਦੇ ਅੰਦਰ ਅਕਾਲ ਪੁਸਤਕ ਦੀ ਪਾਵਨ ਗੁਰਬਾਣੀ ਦੇ ਅੰਦਰ ਸਵਈਏ ਪੜ੍ਹਦੇ ਆ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀ ਮਨ ਗਾਏ, ਪਸ ਪਸ਼ੂ ਨਗ ਨਾਦ ਨੀਰਾਦ ਸਰਬ ਸਮੇਂ ਸਭ ਕੋ ਪ੍ਰਤਪਾਰੈ,
ਪੋਕਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰ ਹੈ। ਹੁਣ ਇੱਥੇ ਬੇਨਤੀ ਜਿਹੜੀ ਕਰਨੀ ਚਾਹਨਾ, ਗੁਰੂ ਕਦੇ ਸ਼ਰਾਪ ਨਹੀਂ ਦਿੰਦਾ, ਇਹ ਗੱਲ ਬਚਨ ਚੇਤਾ ਰੱਖੋ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਨੇ ਉਸ ਕਿਰਪਾਲ ਉਦਾਸੀ ਦੇ ਨਾਲ ਕੁਝ ਬਚਨ ਵਿਲਾਸ ਸਾਂਝੇ ਕੀਤੇ ਨੇ, ਬਚਨ ਕਰ ਦਿੱਤਾ ਉਹਦੇ ਨਾਲ। ਕਈ ਇੱਥੇ ਅਰਥ ਕਰਦੇ ਨੇ ਕਿ ਸਤਿਗੁਰਾਂ ਨੇ ਸ਼ਰਾਪ ਨਹੀਂ ਦਿੱਤਾ। ਮਨੋ ਮਨੀ ਇਹ ਅਖੌਤੀ ਜਿਹੜੇ ਮਨਮੁਖ ਬੰਦੇ ਨੇ, ਗੁਰੂ ਕਦੇ ਸ਼ਰਾਪ ਨਹੀਂ ਦਿੰਦਾ। ਜੇਕਰ ਬੰਦਾ ਆਪਣੇ ਜੀਵਨ ਦੇ ਵਿੱਚ ਕਰੋੜਾਂ ਪਾਪ ਵੀ ਕਮਾ ਦਵੇ ਤੇ ਗੁਰੂ ਜਦੋਂ ਰਿਜ਼ਕ ਤੇ ਬਖਸ਼ਿਸ਼ ਕਰਦਾ ਹੈ ਉਦੋਂ ਕਰਮਾਂ ਨੂੰ ਮੇਟ ਕਰਕੇ ਸੁੱਟ ਦਿੰਦਾ ਹੈ। ਜੇ ਮਨ ਕਰਕੇ ਗੁਰੂ ਦੀ ਸ਼ਰਨ ਵਿੱਚ ਆਵਾਂਗੇ ਤਾਂ ਇਹ ਗੱਲ ਯਾਦ ਰੱਖੋ। ਜੋਤਿਸ਼ ਵਿਦਿਆ ਅਸੀਂ ਸਾਰੇ ਜਾਣਦੇ ਆ ਮੰਤਰਾਂ ਮੁੰਤਰਾਂ ਦੇ ਚੱਕਰ ਅੱਜ ਸਾਰੇ ਪਏ ਨਾ, ਪੜ੍ਹੇ ਲਿਖੇ ਵੀ ਮੰਤਰਾਂ ਮੁੰਤਰਾਂ ਵਾਲੇ ਹੋ ਜਾਂਦੇ, ਪੰਡਤਾਂ ਜੋਗੀਆਂ ਕੋ ਪੱਤਰੀਆਂ ਵਾਸੀ ਬਚਾਉਂਦੇ ਨੇ ਵੀ ਆ ਜੋਗ ਚੰਗਾ ਹੈ ਜੀ ਗ੍ਰਹਿ। ਯਾਦ ਰੱਖੋ ਗੁਰੂ ਕੇ ਸਿੱਖ ਦਾ ਇਹ ਕੰਮ ਨਹੀਂ, ਇਹ ਮਨਮਤ ਹੈ। ਜੋਤਸ਼ੀ ਤੇ ਪੰਡਿਤ ਤੁਹਾਡੀ ਪੱਤਰੀ ਵੇਖ ਕਰਕੇ ਰੇਖਾ ਵੇਖ ਕਰਕੇ ਦੱਸ ਸਕਦਾ ਏ ਪਰ ਬਦਲ ਨਹੀਂ ਦੇ ਸਕਦਾ। ਇਸ ਦੁਆਰੇ ਦੇ ਉੱਤੇ ਆਓਗੇ ਗੁਰੂ ਗੋਬਿੰਦ ਸਿੰਘ ਕਰਮਾਂ ਨੂੰ ਵੇਖਦਾ ਵੀ ਏ ਤੇ ਭਾਵਨਾ ਦੇ ਨਾਲ ਆਓਗੇ ਕਰਮਾਂ ਨੂੰ ਮੇਟ ਵੀ ਦਿੰਦਾ ਏ। ਉਹ ਜੇਕਰ ਪੰਡਤ ਤਾਲੀਆਂ ਲੈਣਾ ਦੱਸ ਕਰਕੇ ਭਵਿੱਖ ਦੱਸ ਸਕਦਾ ਹੈ ਪਰ ਬਦਲ ਨਹੀਂ ਸਕਦਾ। ਗੁਰੂ ਗੋਬਿੰਦ ਸਿੰਘ ਇੰਨੇ ਸਮਰੱਥ ਨੇ, ਉਹ ਸਾਰਾ ਕੁਝ ਬਦਲ ਨਹੀਂ ਸਕਦੇ। ਇਹ ਭਾਵਨਾ ਬਣਾ ਕੇ ਆਉਣਾ ਪਊਗਾ। ਬਚਨ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਸ਼ਰਾਪ ਨਹੀਂ ਦਿੱਤਾ। ਭਾਵੇਂ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਨੇ, ਮਹਾਰਾਜ ਨੇ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰ ਹੈ, ਕਰਮ ਨਹੀਂ ਵਿਚਾਰਦਾ। ਭਾਵੇਂ ਕੋਈ ਬੰਦਾ ਅੱਧ ਦਾ ਦੁੱਖ ਦਿੱਤਾ ਕਾਲਪੁਰਖ ਨੂੰ, ਹਾਲਾਂਕਿ ਦੁੱਖ ਨੂੰ ਪਹੁੰਚਦਾ ਨਹੀਂ, ਮੈਂ ਬਚਨ ਕਰ ਦੇਵਾਂ ਮਰਿਆਦਾ ਦੇ ਉਲਟ ਕੋਈ ਬੰਦਾ ਕੰਮ ਕਰ ਦਿੰਦਾ ਹੈ ਤੇ ਉਹਨੂੰ ਵੀ ਰੱਖਿਆ ਕਰਦਾ ਹੈ। ਆ ਕਿਰਤ ਘਣਾ ਨੋ ਪਾਲਦਾ, ਇਹ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਰਾਪ ਕਿਦਾਂ ਦਿੰਦਾ ਹੈ। ਇਹ ਮੂੜ ਦੀਆਂ ਗੱਲਾਂ ਨੇ, ਗੁਰੂ ਕਿਰਪਾ ਕਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਨੇ ਕਿਰਪਾਲ ਉਦਾਸੀ ਦੇ ਨਾਲ ਕੁਝ ਬਚਨ ਵਿਲਾਸ ਸਾਂਝੇ ਕੀਤੇ ਹਨ। ਨਿਸ ਬਿਤਾਏ ਕਰ ਤਹਾਂ ਕਿਰਪਾਲ, ਨਿਸ ਬਿਤਾਏ, ਨਿਸ ਦੇ ਲਫ਼ਜ਼ ਰਾਤ ਬਿਤਾਏ, ਉਸ ਥਾਂ ਤੇ ਕਿਰਪਾਲ ਉਦਾਸੀ ਦੇ ਡੇਰੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਰਾਤ ਬਿਤਾਈ ਹੈ। ਇੱਕ ਤੇ ਮਹਾਰਾਜ ਨੇ ਇਹ ਗੱਲ ਕਹਿ ਦਿੱਤੀ ਕਿਰਪਾਲ ਉਦਾਸੀ, ਮਨ ਵਿੱਚ ਦ੍ਰਿੜਤਾ ਨਹੀਂ, ਮਨ ਵਿੱਚ ਸ਼ੰਕਾ ਹੈ ਵੀ ਤੁਰਕ ਚੜ ਕਰਕੇ ਆਉਣਗੇ, ਡੇਰਾ ਖਤਮ ਕਰ ਦੇਣਗੇ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਤੇਰੇ ਨਾਲ ਬਚਨ ਵਿਲਾਸ ਕਰਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਦਿਨ ਦੀ ਰਾਤ ਜਿਹੜੀ ਸੀ ਕਿਰਪਾਲ ਉਦਾਸੀ ਦੇ ਡੇਰੇ ਵਿਖੇ ਬਤੀਤ ਕੀਤੀ ਹੈ। ਚੜ੍ਹਦੇ ਹੇਤ ਕਰੀ ਤਬ ਤਿਆਰੀ, ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਵੇਲਾ ਹੋਇਆ ਹੈ। ਜੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਬਚਨ ਨੇ, ਗੁਰੂ ਸਤਿਗੁਰ ਕਾ ਜੋ ਸਿੱਖ ਅਖਾਏ ਪਲ ਕੇ ਉਠਰ ਨਾਮ ਤੇ ਆਵੇ, ਉਦਮ ਕਰੇ ਭਰ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਵੇਲੇ ਦੀ ਸ਼ਾਮ ਕੀਤੀ ਹੈ। ਨਿਤਨੇਮ ਤੇ ਗੁਰੂ ਕੇ ਸਿੱਖਾਂ ਨੇ ਬਾਣੀ ਦਾ ਅਭਿਆਸ ਕੀਤਾ। ਅਭਿਆਸ ਕਰਨ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਭਾਤ ਵੇਲੇ ਅੰਮ੍ਰਿਤ ਵੇਲਾ ਹੋ ਕਰਕੇ ਤੇ ਸਤਿਗੁਰਾਂ ਨੇ ਅਗਾਹ ਜਾਣ ਦੀ ਬਿਲਕੁਲ ਇਨ ਬਿਨ ਤਿਆਰੀ ਕਰ ਲਈ ਹੈ। ਇੱਕ ਕਿਰਪਾਲ ਕੋ ਸਾਧ ਭੰਡਾਰੀ, ਇਹ ਹੁਣ ਕਿਰਪਾਲ ਉਦਾਸੀ ਦਾ ਇੱਕ ਮੁਨੀਮ ਕਹਿ ਸਕਦੇ ਹਾਂ ਅਸੀਂ, ਭੰਡਾਰੀ ਖਜ਼ਾਨਚੀ ਕਹਿ ਸਕਦੇ, ਜਿਹੜਾ ਸਾਰਾ ਹਿਸਾਬ ਕਿਤਾਬ ਰੱਖਦਾ ਹੈ। ਜਿਹੜਾ ਕਿਰਪਾਲ ਉਦਾਸੀ ਦੇ ਡੇਰੇ ਦਾ ਹਿਸਾਬ ਕਿਤਾਬ ਰੱਖਦਾ ਸੀ, ਖਜ਼ਾਨਚੀ ਸੀ। ਜਿੰਨੀ ਮਾਇਆ ਉਹਦੇ ਪੜਾਅ ਦੇ ਉੱਤੇ ਆਉਣੀ, ਕਿੱਥੇ ਵਰਤਣੀ ਹੈ, ਕਿਹੜੀ ਮਾਇਆ ਕਿੱਥੋਂ ਆਈ, ਯਾਨੀ ਕਿ ਅਸੀਂ ਇੱਥੇ ਮਸੰਦ ਸ਼ਬਦ ਵੀ ਵਰਤ ਸਕਦੇ ਹਾਂ। ਕੋਈ ਮਸੰਦ ਜਿਹੜੇ ਸੀ ਉਹ ਬੇਸ਼ੱਕ ਮਸੰਦ ਸ਼ਬਦ ਭ੍ਰਿਸ਼ਟ ਗਿਆ ਹੈ ਪਰ ਮਸੰਦ ਦੇ ਲਫ਼ਜ਼ੀਅਤ ਨੇ ਉੱਚਾ ਦਰਜਾ ਰੱਖਣ ਵਾਲਾ ਫਾਰਸੀ ਦਾ ਸ਼ਬਦ ਹੈ। ਭਾਵੇਂ ਕਿ ਸਮਾਂ ਪੈਣ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਦਾ ਬਾਈਕਾਟ ਕਰ ਦਿੱਤਾ ਹੈ ਕਿਉਂਕਿ ਇਹ ਕਰੈਕਟਰ ਤੋਂ ਕਰੈਕਟਰ ਲੈਸ ਹੋ ਗਏ ਨੇ। ਇਹ ਜਿਆਦਾ ਸਮਝ ਆਵੇਗੀ ਥੋੜੀ ਜਿਹੀ, ਮੈਂ ਸ਼ਬਦ ਕਿਵੇਂ ਆਪ ਜੀਆਂ ਦੇ ਨਾਲ ਸਾਂਝੇ ਜ਼ਰੂਰ ਕਰਾਂਗਾ। ਮਸੰਦ ਪ੍ਰਥਾ ਬਿਲਕੁਲ ਮਹਾਰਾਜ ਨੇ ਬੰਦ ਕਰ ਦਿੱਤੀ। ਇੱਥੇ ਅਸੀਂ ਸ਼ਬਦ ਉਹ ਵੀ ਵਰਤ ਸਕਦੇ ਹਾਂ। ਜਿਹੜਾ ਕਿਰਪਾਲ ਉਦਾਸੀ ਦੇ ਡੇਰੇ ਦਾ ਖਜ਼ਾਨਚੀ ਸੀ, ਇੱਕ ਭੰਡਾਰੀ ਸੀ ਜਿਹੜਾ ਸਾਰਾ ਡੇਰੇ ਦਾ ਉਸ ਪੜਾਅ ਦਾ ਹਿਸਾਬ ਕਿਤਾਬ ਰੱਖਦਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਉਹਨੂੰ ਸਾਡੇ ਕੋਲ ਬੁਲਾਇਆ ਜਾਵੇ। ਐਸੇ ਪੰਜ ਹਾਥ ਮਹਿ ਲਿਆਇਓ, ਤੇ ਜਦੋਂ ਮਹਾਰਾਜ ਸਾਹਿਬ ਜੀ ਨੇ ਉਸ ਭੰਡਾਰੀ ਨੂੰ ਕੋਲ ਬੁਲਾਇਆ ਨਾ ਤੇ ਕਿਰਪਾਲ ਦਾਸ ਲਾਗੇ ਖਲੋਤਾ ਹੈ, ਉਦਾਸੀ ਲਾਗੇ ਖਲੋਤਾ ਹੈ, ਸਿੱਖ ਸੰਗਤ ਲਾਗੇ ਖਲੋਤੀ ਹੈ ਔਰ ਜਿਨੇ ਸਾਧੂ ਪੰਜ ਸਾਰੇ ਉਸ ਸੰਗਤ ਵਿੱਚ ਬਿਰਾਜਮਾਨ ਨੇ ਤੇ ਗੁਰੂ ਸਾਹਿਬ ਆਗਾਹ ਚੱਲੇ ਨੇ। ਹੁਣ ਪੈਰ ਝੜਕੇ ਨੇ। ਕਿਰਪਾਲ ਉਦਾਸੀ ਦੇ ਮਨ ਵਿੱਚ ਤਰਾਸ ਆਇਆ ਕਿ ਜੇ ਗੁਰੂ ਗੋਬਿੰਦ ਸਿੰਘ ਇੱਥੇ ਰਹੇ ਤੇ ਮੇਰਾ ਡੇਰਾ ਢਹਿ ਢੇਰੀ ਹੋ ਜਾਵੇਗਾ, ਫੌਜਾਂ ਚੜ ਕੇ ਆ ਜਾਣਗੇ, ਨਾਬੁਦ ਨਬੂਦ ਹੋ ਜਾਵੇਗਾ ਸਾਰਾ ਕੁਝ। ਤੇ ਹੁਣ ਕਿਰਪਾਲ ਉਦਾਸੀ ਦਾ ਭੰਡਾਰੀ ਕੋਲ ਖਲੋਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਤਖਤ ਦੇ ਬਿਰਾਜਮਾਨ ਨੇ, ਮੇਰੇ ਸੱਚੇ ਪਾਤਸ਼ਾਹ ਨਾਲ ਇਹ ਤਿੰਨੇ ਸਿੰਘ, ਜਾਂ ਇਹ ਯਾਦ ਰੱਖਣਾ ਵੀ ਤਿੰਨੇ ਸਿੰਘ ਨਾਲ ਨੇ, ਭਾਈ ਦਇਆ ਸਿੰਘ ਸਾਹਿਬ ਜੀ, ਭਾਈ ਕਰਮ ਸਿੰਘ ਸਾਹਿਬ ਜੀ ਤੇ ਭਾਈ ਮਾਨ ਸਿੰਘ ਸਾਹਿਬ ਜੀ, ਕਿਉਂਕਿ ਗਨੀ ਖਾਂ ਤੇ ਨਬੀ ਖਾਂ ਚਲੇ ਗਏ, ਵਿਦਿਆ ਕਰ ਦਿੱਤੇ ਮਹਾਰਾਜ ਨੇ। ਤਿੰਨੇ ਸਿੱਖ
ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੇ ਖਲੋਤੇ ਨੇ। ਭੰਡਾਰੀ ਆਇਆ ਏ, ਆਣ ਕਰਕੇ ਤੇ 5 ਪੈਸੇ ਉਹਨੇ ਆਪਣੀ ਮੁੱਠੀ ਦੇ ਵਿੱਚ ਫੜੇ ਨੇ। 5 ਪੈਸੇ ਆਪਣੀ ਹਥੇਲੀ ਵਿੱਚ ਫੜ ਕੇ ਤੇ ਮੁੱਠੀ ਬੰਦ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਧਰਨ ਲੱਗਾ ਹੈ। ਕਰ ਆਗੇ ਨਿਜ ਸੀਸ ਝੁਕਾਇਓ। ਜਦੋਂ 5 ਪੈਸੇ ਮੁੱਠੀ ਦੇ ਵਿੱਚ ਬੀੜ ਕਰਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਅਗਾਹ ਕੀਤੇ ਤੇ ਨਾਲ ਹੀ ਸਤਿਗੁਰਾਂ ਦੇ ਅੱਗੇ ਸੀਸ ਨਿਵਾ ਦਿੱਤਾ ਹੈ। ਤਬ ਸਤਿਗੁਰ ਤਿਸ ਕੋ ਕਰ ਗਹਿਓ। ਮਹਾਰਾਜ ਸਾਹਿਬ ਜੀ ਨੇ ਆਪਣੇ ਹੱਥਾਂ ਦੇ ਨਾਲ ਉਹਦਾ ਹੱਥ ਫੜ ਲਿਆ। ਕਰ ਦੇ ਲਫ਼ਜ਼ੀਅਤ ਨੇ ਹੱਥ ਤੇ ਗਹਿਓ ਦੇ ਲਫ਼ਜ਼ੀਅਤ ਨੇ ਫੜਨਾ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਗਹੇ ਦੇ ਲਫ਼ਜ਼ੀਅਤ ਹੁੰਦੇ ਨੇ ਫੜਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਭੰਡਾਰੀ ਦਾ ਹੱਥ ਜਿਹੜਾ ਆਪਣੇ ਹੱਥ ਦੇ ਨਾਲ ਫੜ ਲਿਆ ਹੈ। ਬੰਦ ਮੁਸ਼ਟ ਟਿਟ ਸ਼੍ਰੀ ਮੁਖ ਕਹਿਓ। ਮਹਾਰਾਜ ਕਹਿੰਦੇ ਨੇ ਭੰਡਾਰੀ ਜੀ ਜਿਹੜੀ ਮੁਸ਼ਟ ਸ਼ਬਦ ਆਇਆ ਹੈ, ਮੁਸ਼ਟ ਦੇ ਲਫ਼ਜ਼ੀਅਤ ਨੇ ਮੁੱਠੀ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭੰਡਾਰੀ ਜੀ ਜਿਹੜੀ ਮੁੱਠੀ ਤੁਸੀਂ ਬੰਦ ਕੀਤੀ ਹੈ ਅਧਿਕ ਜੋਰ ਤੇ ਗਾਟੀ ਕੀਜੈ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਮੁੱਠੀ ਖੋਲੀ ਨਾ, ਮੁੱਠੀ ਬੰਦ ਕੀਤੀ ਹੈ ਨਾ। ਅਸੀਂ ਜਾਣਦੇ ਹਾਂ ਕਿ ਮੁੱਠੀ ਦੇ ਵਿੱਚ ਹੈ ਕੀ, ਪਰ ਮੁੱਠੀ ਖੋਲੀ ਨਾ। ਮਹਾਰਾਜ ਕਹਿੰਦੇ ਮੁਸ਼ਟ ਆਪਣੀ ਹੈ ਨਾ ਜਿਹੜੀ ਇਹ ਹੋਰ ਘੁੱਟ ਕੇ ਬੰਦ ਕਰ ਲਾ ਤੇ ਇਹਨੂੰ ਖੋਲਣ ਦਾ ਯਤਨ ਨਾ ਕਰੀ। ਨਹੀਂ ਖਜ਼ਾਨਾ ਖੋਲਣ ਕੀਜੈ। ਮਹਾਰਾਜ ਕਹਿੰਦੇ ਨਹੀਂ ਖਜ਼ਾਨਾ ਖੋਲਣ ਕੀਜੈ। ਜਿਹੜਾ ਖਜ਼ਾਨਾ ਹੈ ਨਾ ਮਹਾਰਾਜ ਕਹਿੰਦੇ ਨੇ ਭਾਵੇਂ ਤੂੰ ਮੁੱਠੀ ਬੰਦ ਕੀਤੀ ਹੈ ਹੋਰ ਘੁੱਟ ਕੇ ਬੰਦ ਕਰ ਲਾ। ਜਿੰਨਾ ਚਿਰ ਸਾਡੀ ਆਗਿਆ ਨਹੀਂ ਰਹਿੰਦੀ ਦੁਨੀਆ ਤੇਰਾ ਖਜ਼ਾਨਾ ਨਹੀਂ ਖੁੱਲ ਸਕਦਾ। ਜਿੰਨੀ ਮਾਇਆ ਤੇਰੇ ਵਿੱਚ ਆਵੇਗੀ ਮਹਾਰਾਜ ਕਹਿੰਦੇ ਕਦੀ ਵਧੇਗੀ ਫੁੱਲੇਗੀ ਨਹੀਂ। ਇਹ ਖਜ਼ਾਨਾ ਮਹਾਰਾਜ ਕਹਿੰਦੇ ਨੇ ਇੱਥੇ ਤੇਰੀ ਮੁੱਠੀ ਦੇ ਨਾਲ ਅਸੀਂ ਬੰਦ ਕਰ ਦਿੱਤਾ। ਹੁਣ ਇਸ ਖਜ਼ਾਨੇ ਤੋਂ ਖੋਲਣ ਦਾ ਯਤਨ ਨਾ ਕਰੀ। ਸੁਣ ਕਿਰਪਾਲ ਬੂਝਿਓ ਬੰਦ ਹਾਥ। ਤੇ ਹੁਣ ਕਿਰਪਾਲ ਉਦਾਸੀ ਨੂੰ ਭਾਜਣਾ ਪੈ ਗਈਆਂ ਨੇ ਵੀ ਮਹਾਰਾਜ ਨੇ ਵਚਨ ਕਰ ਦਿੱਤਾ ਵੀ ਖਜ਼ਾਨਾ ਕਦੀ ਖੁੱਲਣਾ ਨਹੀਂ। ਇਹਦੇ ਕੰਮ ਉਲਟਾ ਪੈ ਗਿਆ ਵੀ ਹੁਣ ਮਾਇਆ ਤੋਂ ਬਿਨਾਂ ਕੋਈ ਕਾਰਜ ਨਹੀਂ ਚੱਲਦਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਵਚਨ ਕੀਤਾ ਨਾ ਵੀ ਖਜ਼ਾਨਾ ਖੁੱਲੇਗਾ ਨਹੀਂ ਤੇ ਸੁਣ ਕਿਰਪਾਲ ਬੂਝਿਓ ਬੰਦ ਹਾਥ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਣ ਲੱਗਾ ਸਤਿਗੁਰੂ ਇਹ ਮੁੱਠੀ ਤੁਸੀਂ ਕਿਉਂ ਬੰਦ ਕਰਾਈ ਹੈ? ਰਾਖਣ ਹੀ ਭਾਖਿਓ ਆਪਨਾਥ। ਸਤਿਗੁਰੂ ਸੱਚੇ ਪਾਤਸ਼ਾਹ ਜੀਓ ਤੁਹਾਡਾ ਦਿੱਤਾ ਤਨ ਹੈ। ਹੁਣ ਮਤਲਬ ਨੂੰ ਇਹ ਤੇ ਅਸੀਂ ਸਾਰੇ ਜਾਣਦੇ ਆ। ਹੁਣ ਕਿਰਪਾਲ ਦਾਸੀ ਕੀ ਨਾ ਮਹਾਰਾਜ ਤੁਹਾਡਾ ਦਿੱਤਾ ਤਨ ਹੈ। ਆਪ ਜੀ ਕਿਰਪਾ ਕਰੋ ਤੁਹਾਡੇ ਅੱਗੇ ਹੀ ਰੱਖਣ ਲੱਗੇ ਹਾਂ। ਇਹ ਦੀਨਾਨਾਥ ਸਤਿਗੁਰੂ ਅਨਾਥਾਂ ਦੀ ਰੱਖਿਆ ਕਰਨ ਵਾਲੇ ਨਾਥ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਓ ਤੁਹਾਡੇ ਅੱਗੇ ਤੁਹਾਡਾ ਦਿੱਤਾ ਤਨ ਹੀ ਰੱਖਣ ਲੱਗੇ ਹਾਂ। ਕਬਹੁ ਖੁਲਹਿ ਸੋ ਪੀ ਬਚ ਕਹੀਏ। ਮਹਾਰਾਜ ਸਾਹਿਬ ਜੀ ਪਰ ਆਪ ਜੀ ਨੇ ਵਚਨ ਕਰ ਦਿੱਤੇ ਵੀ ਖਜ਼ਾਨਾ ਖੁੱਲੇਗਾ ਨਹੀਂ। ਜਿੰਨਾ ਚਿਰ ਅਕਾਲ ਪੁਰਖ ਦਾ ਹੁਕਮ ਨਾ ਹੋਵੇਗਾ ਉਹਨਾਂ ਚਿਰ ਇਹ ਖਜ਼ਾਨਾ ਖੁੱਲੇਗਾ ਨਹੀਂ। ਤੇ ਆਪ ਜੀ ਕਿਰਪਾ ਵੀ ਕਰ ਦਿਓ, ਇਹ ਤਰਸ ਕਰ ਦਿਓ ਸੱਚੇ ਪਾਤਸ਼ਾਹ। ਆਪ ਜੀ ਨੇ ਕਿਹਾ ਖੁੱਲੇਗਾ ਨਹੀਂ, ਇਹ ਖਜ਼ਾਨਾ ਬੰਦ ਹੋ ਗਿਆ ਹੈ ਇੱਥੇ ਤੇ ਕਿਰਪਾ ਇਹ ਕਰ ਦਿਓ, ਤਰਸ ਇਹ ਕਰ ਦਿਓ ਕਿ ਖਜ਼ਾਨਾ ਖੋਲ ਦਿਓ ਤੇ ਇਹ ਬਚਨ ਕਰ ਦਿਓ ਵੀ ਖੁੱਲੇਗਾ ਕਰ। ਮਹਾਰਾਜ ਜੀ ਬਖਸ਼ ਦਿਓ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੁਖ ਤੋਂ ਗਿਰਾ ਹਿਲਾ ਕਰਕੇ ਉਚਾਰਨ ਕਰੋ ਸ਼੍ਰੀ ਮੁਖ ਤੋਂ ਇਹ ਉਚਾਰਨ ਕਰੋ ਵੀ ਖਜ਼ਾਨਾ ਖੁੱਲੇਗਾ ਕਿਵੇਂ। ਮਹਾਰਾਜ ਸਾਹਿਬ ਜੀ ਤਰਸ ਕਰੋ, ਕਿਰਪਾ ਕਰੋ, ਦਇਆ ਕਰੋ। ਤੇ ਯਾਦ ਰੱਖੋ ਬੰਦਾ ਪਹਿਲਾਂ ਹੀ ਮੈਂ ਬੇਨਤੀ ਕਰ ਦਿੱਤੀ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਕਹਿੰਦੇ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਵੀ ਪ੍ਰਮਾਣ ਨੇ। ਅਸੀਂ ਭਗਤ ਸਦਨੇ ਦਾ ਜ਼ਿਕਰ ਪਏ ਕਰਨੇ, ਕਸਾਈ ਸੀ ਨਾ ਪਹਿਲਾਂ ਉਹਨਾਂ ਦਾ ਜ਼ਿਕਰ ਪਏ ਕਰਨੇ। ਭਾਈ ਗੁਰਦਾਸ ਸਾਹਿਬ ਜੀ ਇੱਥੇ ਲਿਖਦੇ ਨੇ ਕਹਿੰਦੇ ਨੇ 90 ਵਰਿਆਂ ਦੀ ਉਮਰ ਬੰਦੇ ਨੇ ਬਤੀਤ ਕੀਤੀ। 90 ਵਰਿਆਂ ਦੀ ਉਮਰ, ਚਿੱਟਾ ਦਾੜਾ ਹੋ ਗਿਆ ਏ। ਤੇ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਚਿੱਟਾ ਦਾੜਾ ਤੇ ਪਰ ਕਰਤੂਤਾਂ ਸਾਰੀਆਂ ਹੀ ਕਾਲੀਆਂ ਨੇ। ਦਾੜਾ ਤੇ ਚਿੱਟਾ ਪਰ ਕਰਤੂਤਾਂ ਸਾਰੀਆਂ ਕਾਲੀਆਂ ਨੇ। ਰਹਿੰਦੀ ਉਮਰ ਦੇ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ। ਮਹਾਰਾਜ ਕਹਿੰਦੇ ਸਾਰੀ ਉਮਰ ਪਾਪ ਕਮਾਏ ਨੇ ਪਰ 90 ਵਰੇ ਉਮਰ ਬਤੀਤ ਕਰਕੇ ਇੱਕ ਖੇਡ ਗੁਰੂ ਦੀ ਸ਼ਰਨ ਵਿੱਚ ਆ ਕੇ ਅਰਦਾਸ ਕੀਤੀ ਸਤਿਗੁਰੂ ਸਾਰੀ ਉਮਰ ਕੋਈ ਚੰਗਾ ਕੰਮ ਨਹੀਂ ਕੀਤਾ। ਅੱਜ ਮੈਂ ਉਮਰ ਬਤੀਤ ਕਰਕੇ ਚੱਲਿਆ ਤੇ ਕਿਰਪਾ ਕਰਕੇ ਲਾਜ ਰੱਖੀ। ਗੁਰੂ ਉਦੋਂ ਵੀ ਤਰਸ ਕਰਦਾ ਹੈ। ਅਜੇ ਕਿਰਪਾਲ ਦਾਸੀ ਨੇ ਕੀਤਾ ਕੁਝ ਨਹੀਂ। ਇਹ ਜਿਵੇਂ ਇਹ ਜਦੋਂ ਕਿਰਪਾ ਦੀ ਗੱਲ ਕਰੀਏ ਤੇ ਫਿਰ ਇੱਥੇ ਦੇ ਵਚਨ ਤੋਸ਼ ਹੋ ਜਾਂਦਾ ਹੈ ਨਾ। ਕਿਰਪਾਲ ਉਦਾਸੀ ਨੇ ਸਤਿਗੁਰਾਂ ਨੂੰ ਆਖਿਆ ਸਤਿਗੁਰੂ ਜੀ ਕਿਰਪਾ ਕਰੋ ਇਹ ਵੀ ਦੱਸ ਦਿਓ ਵੀ ਖਜ਼ਾਨਾ ਤੇ ਬੰਦ ਤੁਸੀਂ ਕਰਦਾ ਤੇ ਖੁੱਲੇਗਾ ਕਿਵੇਂ ਤੇ ਕਦੋਂ ਖੁੱਲੇਗਾ। ਕਰੁਣਾ ਕਰਤ ਇਨਹੋ ਪਰ ਰਹੀਏ। ਮਹਾਰਾਜ ਸਾਹਿਬ ਜੀ ਕਿਰਪਾ ਕਰੋ। ਕਰੁਣਾ ਦੇ ਲਫ਼ਜ਼ੀਅਤ ਨੇ ਦਇਆ। ਸੱਚੇ ਪਾਤਸ਼ਾਹ ਜੀ ਦਇਆ ਕਰਕੇ ਇਹ ਦੱਸਣਾ ਕਰੋ। ਸ਼੍ਰੀ ਮੁਖ ਕਹਿਓ ਸੁਨਹੁ ਸੋ ਕਾਨ।
ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ, ਸ਼੍ਰੋਮਣੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਉਂ ਬਚਨ ਉਚਾਰਨ ਕੀਤੇ ਉਹਨੂੰ ਕੰਨ ਦੇ ਕਰਕੇ ਸੁਣਨਾ ਕਰੋ। ਦਸਮ ਗੁਰੂ ਬਚ ਕੀਨ ਬਖਾਨ। ਦਸਮ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਇਉਂ ਬਚਨ ਕਹਿ ਕਰਕੇ ਵਿਖਿਆਨ ਕੀਤੇ ਹਨ। ਤੁਮ ਗਾਤੀ ਪਰ ਦਸਮੋ ਥਿਰੇ। ਕਿਰਪਾਲ ਉਦਾਸੀ ਨੂੰ ਆਖਿਆ, ਕਿਰਪਾਲ ਉਦਾਸੀ ਜੀ ਤੁਹਾਡੇ ਗੱਦੀ ਦੇ ਉੱਤੇ ਤੁਹਾਡੇ ਤੋਂ 10ਵੀਂ ਥਾਂ ਤੇ ਜਿਹੜਾ ਗੱਦੀ ਸ਼ੀਨ ਹੋਵੇਗਾ, ਜਿਸ ਗੱਦੀ ਤੇ ਤੁਸੀਂ ਵਿਰਾਜਮਾਨ ਹੋ ਨਾ, ਤੁਹਾਡੀ ਗੱਦੀ ਤੇ ਤੁਹਾਡੇ ਤੋਂ 10ਵੇਂ ਸਥਾਨ ਦੇ ਉੱਤੇ ਜਿਹੜਾ ਜਾਨਸ਼ੀਨ ਹੋਵੇਗਾ। ਸੋ ਖਜ਼ਾਨਾ ਖੋਲਨ ਕਰੇ। ਮਹਾਰਾਜ ਕਹਿੰਦੇ ਨੇ ਜਦੋਂ ਉਹ ਗੱਦੀ ਤੇ ਜਾਨਸ਼ੀਨ ਹੋ ਕਰਕੇ ਬੈਠੇਗਾ, ਉਹ ਉਦਾਸੀਆਂ ਦਾ ਮੁਖੀ ਬਣੇਗਾ, ਉਹ ਤੁਹਾਡੀ ਸੰਪਰਦਾ ਦਾ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸੇਵਾਦਾਰ ਬਣੇਗਾ ਜਾਂ ਜਥੇਦਾਰ ਬਣੇਗਾ। ਮਹਾਰਾਜ ਕਹਿੰਦੇ ਨੇ ਉਹ ਖਜ਼ਾਨਾ ਆਣ ਕੇ ਖੁੱਲੇਗਾ। ਇਹ ਖਜ਼ਾਨਾ ਉਦੋਂ ਤੱਕ ਖੁੱਲੇਗਾ ਨਹੀਂ ਜਦੋਂ ਤੱਕ ਤੁਹਾਡੇ ਗੱਦੀ ਤੇ ਤੁਹਾਡੇ ਤੋਂ 10ਵੇਂ ਥਾਂ ਦੇ ਉੱਤੇ ਜਾਨਸ਼ੀਨ 10ਵਾਂ ਜਥੇਦਾਰ ਨਹੀਂ ਬੈਠਾ। ਮਹਾਰਾਜ ਕਹਿੰਦੇ ਉਦੋਂ ਤੱਕ ਇਹ ਖਜ਼ਾਨਾ ਖੁੱਲੇਗਾ ਨਹੀਂ। ਕਹਿ ਕਵੀ ਅਬ ਲੋ ਸੋ ਧਰੈ। ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ ਵੀ ਅਜੇ ਤੱਕ ਉਹਨਾਂ ਦੀ 10ਵੀਂ ਗੱਦੀ ਦਾ ਅਜੇ ਤੱਕ ਹੁਣ ਦੇ ਸਮੇਂ ਤੱਕ ਅਜੇ ਤੱਕ 10ਵਾਂ ਜਾਨਸ਼ੀਨ ਨਹੀਂ ਬੈਠਾ। ਅਜੇ ਤੱਕ 10ਵਾਂ ਜਾਨਸ਼ੀਨ ਉਹਨਾਂ ਦੀ ਗੱਦੀ ਦੇ ਉੱਤੇ ਨਹੀਂ ਵਿਰਾਜਮਾਨ ਹੋਇਆ ਤੇ ਅਜੇ ਤੱਕ ਖਜ਼ਾਨਾ ਉਦਾਂ ਧਰਿਆ ਹੀ ਪਿਆ। ਅਜੇ ਤੱਕ ਉਹਨਾਂ ਦਾ ਖਜ਼ਾਨਾ ਬੰਦ ਪਿਆ ਹੈ। ਉਦਾਹਰਨ ਦੇ ਦੇਵਾਂ, ਥੋੜੀ ਗੱਲ ਪਕੜ ਦੇ ਵਿੱਚ ਆਵੇਗੀ। ਜਦੋਂ ਗੁਰੂ ਨਾਨਕ ਸਾਹਿਬ ਜੀ ਬਗਦਾਦ ਗਏ, ਬਗਦਾਦ ਜਾ ਕਰਕੇ ਤੇ ਉੱਥੇ ਰਾਗ ਅਲਾਪਣ ਦੀ, ਕਿਉਂਕਿ ਇਸਲਾਮ ਦੇ ਵਿੱਚ ਰਾਗ ਦੀ ਮਨਾਹੀ ਅਸੀਂ ਜਾਣਦੇ ਹਾਂ ਸਾਰੇ, ਹਾਲਾਂਕਿ ਸੂਫੀ ਰਾਗ ਨੂੰ ਗਾਉਂਦੇ ਨਹੀਂ, ਉਹ ਕਿਤੇ ਫੇਰ ਵਿਸ਼ਾ ਜ਼ਰੂਰ ਸਾਂਝਾ ਕਰਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਇਹਨਾਂ ਬਚਨਾਂ ਦੀ ਪੁਸ਼ਟੀ ਖਜ਼ਾਨਾ ਅਜੇ ਤੱਕ ਧਰਿਆ ਪਿਆ ਹੈ। ਇੱਕ ਉਦਾਹਰਨ ਦੇ ਦੇਵਾਂ, ਫਿਰ ਗੱਲ ਪਕੜ ਦੇ ਵਿੱਚ ਆਵੇਗੀ। ਗੁਰੂ ਨਾਨਕ ਸਾਹਿਬ ਜੀ ਬਗਦਾਦ ਗਏ, ਭਾਈ ਮਰਦਾਨੀ ਨੇ ਆਖਿਆ ਮਹਾਰਾਜ ਇੱਥੇ ਇਸਲਾਮ ਦੇ ਤਬਕੇ ਦੇ ਫਿਰਕੇ ਨੇ, ਇਸਲਾਮ ਧਰਮ ਦੇ ਪੈਗੰਬਰਾਂ ਦੇ ਉਹਨਾਂ ਦੇ ਚਲਾਏ ਹੋਏ ਚੇਲੇ ਬਾਲਕੇ ਨੇ। ਇੱਥੇ ਇਸਲਾਮ ਨੂੰ ਸਾਰੇ ਲੋਕ ਮੰਨਣ ਵਾਲੇ ਨੇ। ਬਗਦਾਦ ਸ਼ਹਿਰ ਦੇ ਅੰਦਰ ਇਹ ਪੀਰਾਂ ਦਾ ਗੜ੍ਹ ਹੈ। ਇੱਥੇ ਬਹੁਤ ਵੱਡੇ ਵੱਡੇ ਕਮਾਈ ਵਾਲੇ ਪੀਰ ਨੇ, ਪਰ ਉਹ ਰਾਗ ਨੂੰ ਨਹੀਂ ਮੰਨਦੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਅਸੀਂ ਰਾਗ ਅਲਾਪਾਂਗੇ। ਬਗਦਾਦ ਸ਼ਹਿਰ ਦੇ ਬਾਹਰ ਸਤਿਗੁਰਾਂ ਨੇ ਰਾਗ ਅਲਾਪਿਆ। ਭਾਈ ਮਰਦਾਨਾ ਕਹਿੰਦਾ ਸਤਿਗੁਰੂ ਸ਼ਹਿਰ ਨੂੰ ਵੇਖਣਾ, ਸ਼ਹਿਰ ਬੜਾ ਸੋਹਣਾ ਹੈ। ਮਹਾਰਾਜ ਕਹਿੰਦੇ ਨੇ ਤੈਨੂੰ ਪਹਿਲਾਂ ਵੀ ਮਨਾ ਕੀਤਾ ਕਿ ਤੂੰ ਨਾ ਜਾ। ਆਖਰਕਾਰ ਮਹਾਰਾਜ ਤੋਂ ਆਗਿਆ ਲੈ ਲਈ ਕਿ ਮੈਂ ਸ਼ਹਿਰ ਚੱਲਿਆ। ਮਹਾਰਾਜ ਕਹਿੰਦੇ ਨੇ ਚਲਿਆ ਤੇ ਜਾਵੀਂ ਔਰ ਛੇਤੀ ਮੁੜਿਆ ਵੀ ਤੇ ਛੇੜਖਾਨੀ ਨਾ ਕਿਸੇ ਨਾਲ ਕਰੀ। ਮਹਾਰਾਜ ਸਾਹਿਬ ਨੇ ਬਚਨ ਕਹਿ ਦਿੱਤੇ ਤੇ ਉਧਰੋਂ ਜਿਹੜਾ ਦਸਤਗੀਰ ਪੀਰ ਦਾ ਜ਼ਿਕਰ ਹੋਗਾ, ਸੁਨ ਮੁਨ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ, ਇਹ ਬਚਨ ਇਹਦੀ ਪੁਸ਼ਟੀ ਕਰੇਗਾ। ਇਧਰੋਂ ਇਹ ਚੱਲਿਆ ਗਿਆ ਹੈ, ਭਾਈ ਮਰਦਾਨਾ ਉੱਠ ਕੇ ਚੱਲਿਆ ਹੈ। ਉਧਰੋਂ ਦਸਤਗੀਰ ਪੀਰ ਦਾ ਇੱਕ ਚੇਲਾ ਸੀ, ਉਹ ਕਹਿੰਦਾ ਕਿ ਮੈਂ ਸੁਣਿਆ ਬਗਦਾਦ ਵਿੱਚ ਖੁਦਾ ਆਇਆ ਹੈ ਤੇ ਮੈਂ ਖੁਦਾ ਦੇ ਦਰਸ਼ਨ ਕਰਨੇ ਨੇ। ਤੇ ਦਸਤਗੀਰ ਪੀਰ ਕਹਿਣ ਲੱਗਾ ਵੀ ਬਗਦਾਦ ਸ਼ਹਿਰ ਦੇ ਅੰਦਰ ਚੱਲੇ, ਖੁਦਾ ਤੈਨੂੰ ਕਿੱਦਾਂ ਪਤਾ? ਕਹਿੰਦਾ ਮੈਨੂੰ ਅੰਮ੍ਰਿਤ ਵੇਲੇ ਬੰਦਗੀ ਕਰਦਿਆਂ ਗੱਲ ਮਹਿਸੂਸ ਹੋਈ ਵੀ ਖੁਦਾ ਇਸ ਧਰਤੀ ਦੇ ਉੱਤੇ ਬਗਦਾਦ ਸ਼ਹਿਰ ਦੇ ਅੰਦਰ ਆਇਆ ਹੈ। ਕਿਰਪਾ ਕਰੋ ਪੀਰ ਜੀ ਦੱਸੋ। ਪੀਰ ਜੀ ਕਹਿਣ ਲੱਗੇ ਵੀ ਚਲਿਆ ਤੇ ਜਾਵੇਗਾ ਬਗਦਾਦ ਸ਼ਹਿਰ ਦੇ ਅੰਦਰ, ਪਰ ਪਛਾਣ ਕਿੱਦਾਂ ਆਵੇਗੀ ਵੀ ਉਹ ਖੁਦਾ ਹੈ? ਜਿਸ ਚਟਾਈ ਦੇ ਉੱਤੇ ਦਸਤਗੀਰ ਪੀਰ ਬੰਦਗੀ ਕਰਦਾ ਸੀ, ਉਹਨੇ ਉਹਦਾ ਟੀਲਾ ਕੱਢ ਕਰਕੇ ਤੇ ਆਪਣੇ ਚੇਲੇ ਦੀ ਦਸਤਾਰ ਦੇ ਵਿੱਚ ਲਾ ਦਿੱਤਾ ਵੀ ਯਾਦ ਰੱਖੀ ਸਾਰੇ ਬਗਦਾਦ ਸ਼ਹਿਰ ਦੇ ਲੋਕ ਤੈਨੂੰ ਜਾਨਵਰ ਨਜ਼ਰ ਆਉਣਗੇ, ਪਰ ਜਿਹੜਾ ਖੁਦਾ ਹੋਵੇਗਾ ਉਹ ਇਨਸਾਨ ਨਜ਼ਰ ਆਵੇਗਾ। ਇਧਰੋਂ ਦਸਤਗੀਰ ਪੀਰ ਦਾ ਚੇਲਾ ਨਿਕਲ ਗਿਆ ਹੈ, ਉਧਰੋਂ ਭਾਈ ਮਰਦਾਨਾ ਤੁਰ ਪਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਲੈ ਕੇ ਭਾਈ ਮਰਦਾਨਾ ਤੁਰਿਆ ਜਾਂਦਾ ਹੈ ਤੇ ਉਧਰੋਂ ਦਸਤਗੀਰ ਪੀਰ ਦਾ ਚੇਲਾ ਹੁੰਦਾ ਹੈ। ਆਪਸ ਦੇ ਵਿੱਚ ਸਾਰੇ ਜਿਹੜਾ ਪੀਰ ਦਾ ਚੇਲਾ ਸੀ ਉਹਨੂੰ ਸਾਰੇ ਹੀ ਜਾਨਵਰ ਨਜ਼ਰ ਆਉਂਦੇ ਨੇ, ਸਿਰਫ ਇੱਕ ਭਾਈ ਮਰਦਾਨਾ ਜਿਹੜਾ ਇਨਸਾਨ ਨਜ਼ਰ ਆਇਆ। ਹਰ ਜਨ ਲਈ ਇੱਕ ਹੈ। ਇਹ ਕਲਾ ਸਤਿਗੁਰਾਂ ਨੇ ਵਰਤਾਈ ਉੱਥੇ। ਜਦੋਂ ਇਹਨੇ ਭਾਈ ਮਰਦਾਨੇ ਨੂੰ ਤੱਕਿਆ ਤੇ ਝੋਕ ਕਰਕੇ ਪੈਰਾਂ ਨੂੰ ਹੱਥ ਲਾਉਣ ਲੱਗਾ ਤੇ ਭਾਈ ਮਰਦਾਨਾ ਡਰ ਗਿਆ, ਕਿਉਂਕਿ ਬਾਹਰ ਨੇ ਮਨਾ ਕੀਤਾ ਸੀ ਨਾ ਵੀ ਕਿਸੇ ਨਾਲ ਕੋਈ ਵਜਨ ਵਿਲਾਸ ਨਹੀਂ ਕਰਨਾ, ਪਰ ਪਿਛਾਂ ਹੋ ਗਿਆ ਡਰ ਕੇ ਤੇ ਆਖਣ ਲੱਗਾ ਆਪ ਜੀ ਖੁਦਾ ਹੋ। ਉਹ ਭਾਈ ਮਰਦਾਨੇ ਨੇ ਆਖਿਆ ਮੈਂ ਖੁਦਾ ਨਹੀਂ, ਮੈਂ ਖੁਦਾ ਦਾ ਖਾਦਮ ਹਾਂ, ਮੈਂ ਉਹਦੀ ਚਰਨਾਂ ਦੀ ਖਾਕ ਝਾੜਨ ਵਾਲਾ ਹਾਂ। ਤੇ ਫਿਰ ਪੁੱਛਿਆ ਖੁਦਾ ਕਿਤੇ ਕਿਤੇ ਬਗਦਾਦ ਸ਼ਹਿਰ ਦੇ ਬਾਹਰ। ਜਦੋਂ ਇਹ ਸਾਰੀ ਵਾਰਤਾ ਹੋ ਗਈ, ਆ ਪੀਰ ਦਾ ਚੇਲਾ ਮੁੜ ਗਿਆ ਤੇ ਭਾਈ ਮਰਦਾਨਾ ਇੱਥੇ ਵਾਪਸ ਆ ਗਿਆ ਤੇ ਮਹਾਰਾਜ ਨੂੰ ਦੱਸਿਆ ਮਹਾਰਾਜ ਆਹ ਕਲਾ ਵਤਿਆ। ਮਹਾਰਾਜ ਕਹਿੰਦੇ ਵੀ ਹੁਣ ਤੂੰ ਕੋਈ ਨਾ ਕੋਈ ਤੇ ਇੱਕ ਸਿੱਟਾ ਕਰ ਆਇਆ, ਹੁਣ ਉਹਨਾਂ ਦੇ ਨਾਲ ਤੇ ਕੁਝ ਨਾ ਕੁਝ ਤੇ ਹੋਵੇਗਾ। ਕਿਉਂਕਿ ਜਦੋਂ ਬੰਦੇ ਦੀ ਮੁਲਾਕਾਤ ਕਿਸੇ ਅਣਜਾਣ ਬੰਦੇ ਨਾਲ ਹੁੰਦੀ ਹੈ, ਚਾਹੇ ਫਿਰ ਦੋਸਤੀ ਹੁੰਦੀ ਹੈ ਤੇ ਚਾਹੇ ਦੁਸ਼ਮਣੀ ਹੁੰਦੀ ਹੈ, ਐਵੇਂ ਹੀ ਆ ਨਾ ਜੀ। ਮੁਲਾਕਾਤ ਜਦੋਂ ਕਿਸੇ ਨਾਲ ਹੁੰਦੀ ਚਾਹੇ ਫਿਰ ਦੋਸਤੀ ਬਣ ਜਾਂਦੀ ਹੈ ਜਾਂ ਦੁਸ਼ਮਣੀ ਪੈ ਜਾਂਦੀ ਹੈ, ਗੱਲ ਤੇ ਕੋਈ ਹੁੰਦੀ। ਮਹਾਰਾਜ ਕਿਨੇ ਵੇਖੋ ਹੁਣ ਕੀ ਹੁੰਦਾ ਏ। ਆਉਣ ਵਾਲਾ ਸਮਾਂ ਪਤਾ ਸੀ, ਗੁਰੂ ਨਾਨਕ ਸਾਹਿਬ ਕਹਿੰਦੇ ਸਵੇਰੇ 10 ਵੀਰ ਪੀਰ ਦੇ ਨਾਲ ਮੁਲਾਕਾਤ ਹੋਣੀ ਏ
ਤੇ ਅੱਜ ਮਰਦਾਨਿਆਂ ਸਾਰੀ ਰਾਤ ਬੰਦਗੀ ਕਰਨੀ ਹੈ, ਸਾਰੀ ਰਾਤ ਆਪਾਂ ਕੀਰਤਨ ਕਰਨਾ ਹੈ, ਕਿਉਂਕਿ ਦਸਤਗੀਰ ਪੀਰ ਜਿਹੜਾ ਹੈ ਕੋਈ ਆਮ ਵਿਅਕਤੀ ਨਹੀਂ, ਬਹੁਤ ਪਹੁੰਚੀ ਹੋਈ ਰੂਹ ਹੈ। ਤੇ ਯਾਦ ਰੱਖੋ ਕਿਸੇ ਬੰਦਗੀ ਵਾਲੇ ਪੁਰਸ਼ ਨਾਲ ਬਚਨ ਵਿਲਾਸ ਕਰਨੇ ਹੋਣ ਨਾ ਤੇ 2 ਬਾਣੀਆਂ ਵੱਧ ਕਰੋ, ਪੜ੍ਹ ਕੇ ਜਾਇਆ ਕਰੋ। ਇਹ ਸਤਿਗੁਰਾਂ ਨੇ ਇੱਕ ਵਿਰਾਸਤ ਦਿੱਤੀ ਹੈ ਸਾਨੂੰ, ਵਿਰਾਸਤ ਦੇ ਵਿੱਚ ਇਹ ਚੀਜ਼ਾਂ ਮਿਲੀਆਂ ਨੇ। ਸਤਿਗੁਰਾਂ ਨੇ ਕੀਰਤਨ ਕੀਤਾ, ਬਗਦਾਦ ਸ਼ਹਿਰ ਦੇ ਅੰਦਰ ਸਤਿਗੁਰੂ ਜੀ ਗਏ ਨੇ, ਰਾਗ ਦੀ ਮਨਾਹੀ ਕਰਕੇ ਰਾਗ ਪੜਿਆ ਸਤਿਗੁਰਾਂ ਨੇ, ਤੇ ਉੱਥੇ ਬਗਦਾਦ ਸ਼ਹਿਰ ਦੇ ਲੋਕਾਂ ਨੇ ਸਤਿਗੁਰਾਂ ਨੂੰ ਬੜਾ ਬੁਰਾ ਭਲਾ ਆਖਿਆ। ਮਹਾਰਾਜ ਨੇ ਇੱਕੋ ਵਚਨ ਆਖਿਆ, ਸਤ ਕਰਤਾਰ। ਤੇ ਸਾਰੀ ਬਗਦਾਦ ਧਰਤੀ ਸੀ ਨਾ ਜਿਹੜੀ, ਉਹ ਪੱਥਰ ਦੀ ਹੋ ਗਈ ਸੀ। ਬਗਦਾਦ ਫੇਰੀ ਪੜੇ ਹੋ ਗਏ, ਸਾਰੀ ਧਰਤੀ ਸਾਰੇ ਬਗਦਾਦ ਦੇ ਲੋਕ ਪੱਥਰ ਦੇ ਹੋ ਗਏ ਨੇ। ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਸੁਨ ਮੁਨ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ। ਇੱਕ ਦਸਤਗੀਰ ਪੀਰ ਬਾਕੀ ਰਹਿ ਗਿਆ ਸੀ, ਸਾਰੀ ਧਰਤੀ ਸੀ। ਜੇ ਕੋਈ ਦੁਕਾਨ ਦੇ ਉੱਤੇ ਸੌਦਾ ਦਿੰਦਾ ਪਿਆ ਤੇ ਉਹ ਸੌਦਾ ਦਿੰਦਾ ਪੱਥਰ ਦਾ ਬਣ ਗਿਆ ਹੈ। ਜੇ ਕੋਈ ਬਾਜ਼ਾਰ ਦੇ ਵਿੱਚ ਤੁਰਦਾ ਜਾਂਦਾ ਤੇ ਤੁਰਦਾ ਜਾਂਦਾ ਪੱਥਰ ਦਾ ਬਣ ਗਿਆ ਹੈ। ਇੰਨੀ ਗੁਰੂ ਨਾਨਕ ਸਾਹਿਬ ਦੇ ਬਚਨ ਦੇ ਵਿੱਚ ਇੰਨੀ ਪਾਵਰ ਸੀ, ਸਾਰੀ ਬਗਦਾਦ ਦੀ ਧਰਤੀ ਜਿਹੜੀ ਪੱਥਰ ਦੀ ਬਣਾ ਕਰਕੇ ਸੁੱਟ ਦਿੱਤੀ। ਤੇ ਭਾਈ ਮਰਦਾਨਾ ਕਹਿੰਦਾ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਕੀ ਕੌਤਕ ਵਰਤਾਇਆ। ਤੇ ਇਥੋਂ ਦੇ ਇੱਕ ਦਸਤਗੀਰ ਪੀਰ ਸੀ, ਉਹ ਮਹਾਰਾਜ ਕੋਈ ਭਾਈ ਮਰਦਾਨਾ ਕਹਿੰਦਾ ਏ ਇਥੋਂ ਦੇ ਲੋਕਾਂ ਨੂੰ ਵੀ ਪਤਾ ਲੱਗੇ ਵੀ ਗੁਰੂ ਨਾਨਕ ਸਾਹਿਬ ਇੱਥੇ ਆਏ ਸੀ। ਭਾਈ ਮਰਦਾਨਾ ਨੇ ਕਹਿਣ ਲੱਗਾ, ਤੇ ਜਦੋਂ ਦਸਤਗੀਰ ਪੀਰ ਦੇ ਨਾਲ ਮੁਲਾਕਾਤ ਹੋਈ, ਦਸਤਗੀਰ ਪੀਰ ਜਦੋਂ ਸਤਿਗੁਰਾਂ ਦੇ ਸੰਮੁਖ ਹੋਇਆ ਤੇ ਮਹਾਰਾਜ ਕਹਿੰਦੇ ਨੇ ਇਹ ਦਸਤਗੀਰ ਪੀਰ ਇਹਦਾ ਆਪਾਂ ਆਮੋ ਸਾਹਮਣਾ ਕਰਨਾ ਸੀ। ਜਦੋਂ ਭਾਈ ਮਰਦਾਨੇ ਨੇ ਆਖਿਆ ਗੁਰੂ ਨਾਨਕ ਸਾਹਿਬ ਇੱਥੇ ਆਏ ਨੇ, ਪਤਾ ਲੱਗੇਗਾ। ਮਹਾਰਾਜ ਕਹਿੰਦੇ ਨੇ ਨਹੀਂ, ਇਹ ਤੇ ਸਾਡੀ ਫਿਰ ਮਹਾਰਾਜ ਕਹਿੰਦੇ ਨੇ ਦੁਨੀਆ ਇਹ ਗੱਲ ਕਵੇਗੀ ਵੀ ਇੱਥੇ ਆਏ ਸੀ, ਹਿਰਦਾ ਕਠੋਰ ਸੀ ਤੇ ਸਾਰਾ ਸ਼ਹਿਰ ਪੱਥਰ ਦਾ ਬਣਾ ਕੇ। ਸੰਤ ਹਮੇਸ਼ਾ ਦਇਆਵਾਨ ਹੁੰਦਾ ਹੈ। ਸਤਿਗੁਰਾਂ ਨੇ ਦੂਜੀ ਵਾਰ ਸਤ ਕਰਤਾਰ ਆਖਿਆ ਤੇ ਬਗਦਾਦ ਸ਼ਹਿਰ ਫਿਰ ਉਸੇ ਤਰ੍ਹਾਂ ਦਾ ਹੋ ਗਿਆ। ਇੱਥੇ ਸਤਿਗੁਰਾਂ ਨੇ ਕਲਾ ਵਰਤਾਈ, ਇੱਕ ਵਚਨ ਕੀਤਾ ਕਿਰਪਾਲ ਉਦਾਸੀ ਨੂੰ, ਧਨ ਤੇਰਾ ਇਸੇ ਤਰ੍ਹਾਂ ਰਹੇਗਾ, ਧਰਿਆ ਦਾ ਧਰਿਆ ਰਹਿ ਜਾਵੇਗਾ, ਕੋਈ ਵਰਤੇਗਾ ਤੇ ਨਹੀਂ ਵਰਤਿਆ ਜਾਵੇਗਾ। 10ਵੇਂ ਥਾਂ ਤੇ ਗੱਦੀ ਨਿਸ਼ਾਨ ਸਿੰਘ ਜਿਹੜਾ ਬੈਠੇਗਾ ਉਹ ਇਹਨੂੰ ਧਨ ਮਾਰ ਕਰਕੇ ਖੋਲੇਗਾ, ਪਹਿਲਾਂ ਤੇਰਾ ਧਨ ਨਹੀਂ ਖੁੱਲ ਸਕਦਾ। ਹੁਣ ਗੱਲ ਥੋੜੀ ਪਕੜ ਵਿੱਚ ਆਈ ਹੋਵੇਗੀ ਕਿ ਸਤਿਗੁਰਾਂ ਨੇ ਕੀ ਵਚਨ ਕੀਤਾ ਹੈ। ਇਹ ਤਾਂ ਮੈਂ ਉਦਾਹਰਨ ਦਿੱਤੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਇਹ ਵਚਨ ਕੀਤਾ, ਕਿਰਪਾਲ ਉਦਾਸੀ 10ਵੇਂ ਥਾਂ ਤੇ ਜਿਹੜਾ ਸੰਤ ਮਹਾਤਮਾ ਪੁਰਸ਼ ਬੈਠੇਗਾ ਉਹ ਇਸ ਖਜ਼ਾਨੇ ਨੂੰ ਖੋਲੇਗਾ। ਨਹੀਂ ਕੋਸ਼ ਤੇ ਖਰਚਨ ਕਰੈ। ਮਹਾਰਾਜ ਸਾਹਿਬ ਜੀ ਕਹਿੰਦੇ ਕੋਸ਼ਿਸ਼ ਕਰੇਗਾ ਤੇ ਖਰਚਾ ਨਹੀਂ ਜਾਵੇਗਾ। ਪੰਜ ਗ੍ਰਾਮ ਕੇ ਤਬਹਿ ਬੁਲਾਏ। ਪਿੰਡ ਦੇ 5 ਸਰਪੰਚ ਉਸ ਸਮੇਂ ਕਿਰਪਾਲ ਉਦਾਸੀ ਨੇ ਆਪਣੇ ਡੇਰੇ ਦੇ ਅੰਦਰ ਸੱਦੇ ਹਨ। ਕਹਿਓ ਕਿ ਮੰਜਾ ਲਿਹੋ ਉਚਾਏ। ਤੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਜਿਸ ਪ੍ਰੰਗ ਦੇ ਉੱਤੇ ਬੈਠ ਕਰਕੇ ਆਏ ਨੇ, ਉਸੇ ਪ੍ਰੰਗ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਿਰਾਜਮਾਨ ਕੀਤਾ ਹੈ। ਸੁਨ ਚਾਰੋ ਨੇ ਪਲੰਗ ਉਠਾਵਾ। ਤੇ ਹੁਣ 3 ਗੁਰੂ ਕੇ ਸਿੱਖ ਪਿਆਰੇ ਨੇ ਤੇ ਇੱਕ ਕਿਸਾਨ ਲੱਗਾ ਹੈ, ਗਾਹਕ ਲੱਗਾ ਹੈ ਉਸ ਪਿੰਡ ਦਾ, ਹੇਵਰ ਪਿੰਡ ਦਾ ਇੱਕ ਕਿਸਾਨ ਵੀਰ ਹੈ ਜਿਹੜਾ ਖੇਤੀ ਕਰਦਾ ਹੈ। ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਮੰਜੇ ਨੂੰ ਮੋਢਾ ਦਿੱਤਾ ਹੈ। ਗਮਨ ਕੀਨ ਡੇਰੇ ਨਿਕਸਾਵਾ। ਗਮਨ ਕੀਏ, ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਰਪਾਲ ਉਦਾਸੀ ਦੇ ਡੇਰੇ ਤੋਂ ਚੱਲ ਪਏ ਹਨ। ਗੁਰੂ ਕਹਿਓ ਇੱਕ ਦਿਸ਼ ਤੇ ਨੀਵ। ਮਹਾਰਾਜ ਸਾਹਿਬ ਜੀ ਆਖਣ ਲੱਗੇ, ਗੁਰੂ ਕੇ ਸਿੱਖੋ ਮੰਜਾ ਇੱਕ ਸਾਈਡ ਤੋਂ ਨੀਵਾ ਹੈ, 3 ਕੁੜੀਆਂ ਦੇ ਬਰਾਬਰ ਨੇ ਪਰ ਇੱਕ ਸਾਈਡ ਤੋਂ ਮੰਜਾ ਨੀਵਾ ਹੈ। ਸਮ ਹੋਏ ਚਲੋ ਨਾ ਬਿਖਮੀ ਥੀਵ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸਮ ਬਰਾਬਰ ਹੋ ਕਰਕੇ ਜਦੋਂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਮੰਜਾ ਇੱਕ ਪਾਸੇ ਤੋਂ ਨੀਵਾ ਹੈ, ਜਿਹੜੇ 3 ਗਾਹਕ ਜਿਹਨੇ ਮੰਜਾ ਚੁੱਕਿਆ ਕੁਹਾਰਾ ਨੇ ਗੁਰੂ ਕੇ 3 ਪਿਆਰਿਆਂ ਨੇ, ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਵੀ ਤਕਲੀਫ ਹੋਵੇਗੀ ਤੇ ਤੂੰ ਜਿਹੜਾ ਇੱਕ ਪਾਸੇ ਨੀਵਾ ਤੈਨੂੰ ਤੇ ਜ਼ਿਆਦਾ ਤਕਲੀਫ ਹੋਵੇਗੀ। ਇਸ ਕਰਕੇ ਮੰਜਾ ਜਿਹੜਾ ਹੈ ਉਹ 4 ਕੋਣਿਆਂ ਤੋਂ ਬਰਾਬਰ ਕਰਕੇ ਤੇ ਫਿਰ ਚੁੱਕੋ। ਕਹਿ ਰਾਹਕ ਛੋਟਾ ਮਮ ਤਨ ਹੈ। ਤੇ ਫਿਰ ਇੱਕ ਜਿਹੜਾ ਕਿਸਾਨ ਛੋਟਾ ਸੀ, ਕੁਹਾਰੀਆ ਛੋਟਾ ਸੀ ਨਾ ਜਿਹਨੇ ਮੰਜਾ ਚੁੱਕਿਆ ਸੀ, ਮਹਾਰਾਜ ਨੂੰ ਆਖਣ ਲੱਗਾ, ਸਤਿਗੁਰੂ ਜੀ ਮੇਰਾ ਕੱਦ ਥੋੜਾ ਛੋਟਾ ਹੈ। ਰਹਿ ਲਾਂਬੈ ਜਾਤੇ ਅਨ ਬਨ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਸੇ ਕਰਕੇ ਮੰਜੇ ਦਾ ਬੈਲੈਂਸ ਜਿਹੜਾ ਬਣਦਾ ਨਹੀਂ, ਆਣ ਬਣ ਬਣਦੀ ਹੈ ਮੰਜੇ ਦੀ, ਇਸੇ ਕਰਕੇ ਬਣਦੀ ਹੈ। ਸੁਨ ਸ਼੍ਰੀ ਮੁਖ ਤੇ ਵਾਕ ਉਚਾਰਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਮੁਖ ਦੇ ਉੱਤੋਂ ਇਉਂ ਵਚਨ ਉਚਾਰਨ ਕੀਤੇ ਹਨ। ਸਮ ਬਨ ਜਾਹੋ ਜਿਨ੍ਹੋ ਸਿਰ ਧਾਰਾ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਿਰ ਦੇ ਉੱਤੇ ਮੰਜਾ ਧਾਰਨ ਕੀਤਾ ਹੈ ਉਹ 4 ਗੁਰੂ ਕੇ ਸਿੱਖ ਜਿਹੜੇ ਨੇ ਉਹ ਬਰਾਬਰ ਹੋ ਜਾਣ। ਭਇਓ ਬਚਨ ਤੇ 3 ਸਮ ਤਤ ਛਿਨ। ਉਸੇ ਸਮੇਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕਰ ਦਿੱਤਾ ਨਾ ਵੀ ਸਮ ਹੋ ਜਾਓ, ਇੰਨੀ ਭਾਵਨਾ ਸੀ ਗੁਰੂ ਕੇ ਸਿੱਖਾਂ ਦੀ। ਅਯੋਗੇ ਸਿੱਖਾਂ ਦੀ ਗੱਲ ਕਰੀਏ ਤੇ ਉਹਨਾਂ ਕਹਿਣਾ ਮਹਾਰਾਜ ਕੋਈ ਨਹੀਂ, ਇੱਥੋਂ ਤੱਕ ਤੇ ਜਾਣਾ ਹੈ, ਕੋਈ ਨਹੀਂ ਚੱਲਣ ਦੋ। ਐਵੇਂ ਨਹੀਂ, ਗੁਰੂ ਕੇ ਸਿੱਖਾਂ ਨੇ ਬਚਨ ਕੀਤਾ। ਸਤਿਗੁਰੂ ਜੀ ਜਦੋਂ ਮਹਾਰਾਜ ਨੇ ਕਹਿ ਦਿੱਤਾ ਨਾ ਵੀ ਮੰਜਾ ਇੱਕ ਪਾਸੋਂ ਨੀਵਾਂ ਹੈ, ਗੁਰੂ ਕੇ ਸਿੱਖਾਂ ਨੇ ਉਸੇ ਵੇਲੇ ਮੰਜਾ ਬਰਾਬਰ ਕਰ ਦਿੱਤਾ। ਗਾਹਕ ਕਿਸਾਨ ਸੀ ਨਾ ਉਹ
ਪੱਬਾਂ ਭਾਰ ਹੋ ਗਿਆ। ਪੱਬਾਂ ਭਾਰ ਹੋ ਕਰਕੇ ਤੇ ਉਹਨੇ ਮੰਜਾ ਬਰਾਬਰ ਕਰ ਦਿੱਤਾ ਤੇ ਇਸੇ ਤਰੀਕੇ ਦੇ ਨਾਲ ਉਸੇ ਸਮੇਂ ਮੰਜਾ ਬਰਾਬਰ ਕਰਕੇ ਪੱਬਾਂ ਭਾਰ ਗੁਰੂ ਕੇ ਸਿੱਖ ਨੇ ਗੁਰੂ ਦੀ ਸੇਵਾ ਕੀਤੀ। ਗੁਰੂ ਦੇ ਖੁਸ਼ੇ ਰਹੇ ਤੇ ਅਗਾਹ ਜਾਂਦੇ ਜਾਂਦੇ ਹਨ। ਦੇਖ ਸਕਲ ਤਬ ਬਿਸਮਤ ਬਹੁ ਮਨ। ਇਸ ਤਰੀਕੇ ਦੇ ਨਾਲ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੰਜੇ ਦੇ ਉੱਤੇ ਬਿਰਾਜਮਾਨ ਨੇ, ਚਾਰੇ ਸਿੱਖ ਤੁਰੇ ਜਾਂਦੇ ਨੇ, ਕਿਸਾਨ ਪੱਬਾਂ ਭਾਰ ਹੋ ਕਰਕੇ ਸਤਿਗੁਰਾਂ ਦੀ ਸੇਵਾ ਕਰਦਾ ਹੈ ਤੇ ਹਿਰਦੇ ਦੇ ਅੰਦਰ ਬੜਾ ਆਨੰਦ ਪੈਦਾ ਹੁੰਦਾ ਹੈ, ਹਿਰਦੇ ਦੇ ਅੰਦਰ ਵਿਗਾਸ ਪੈਦਾ ਹੁੰਦਾ ਹੈ। ਲੱਗਿਓ ਕਿਰਪਾਲ ਪੰਜ ਸਿਰ ਧਾਰੇ। ਇਸੇ ਤਰੀਕੇ ਦੇ ਨਾਲ ਕਿਰਪਾਲ ਦਾਸ ਨੇ ਵੀ ਉਸ ਸਮੇਂ ਉਹ ਜਿਹੜਾ ਮੰਜਾ ਸੀ ਮਾਰਦਾ ਪਲਕ ਸੀ ਉਹਨੂੰ ਮੋਢਾ ਦਿੱਤਾ ਹੈ। ਸਿੰਘ ਸੰਗ ਹੋਏ ਪੰਥ ਪਧਾਰੇ। ਤੇ ਸਿੰਘ ਸੰਗ ਹੋਏ ਪੰਥ ਪਧਾਰੇ। ਸਿੰਘਾਂ ਨੂੰ ਨਾਲ ਲੈ ਕਰਕੇ ਪੰਥ ਹੁੰਦਾ ਹੈ ਰਸਤਾ। ਸਤਿਗੁਰੂ ਜੀ ਇਹ ਰਸਤੇ ਦੇ ਉੱਤੇ ਪਧਾਰ ਚੱਲ ਪਏ ਹਨ। ਇੱਕ ਜੱਟੀ ਪੱਟੀ ਕਿਸ ਨਾਏ। ਤੇ ਹੁਣ ਇੱਕ ਜੱਟੀ ਜਿਹਦਾ ਨਾਮ ਹੈ ਪੱਟੀ। ਕੱਲ ਦੇ ਦੀਵਾਨਾਂ ਵਿੱਚ ਮੈਂ ਬੇਨਤੀ ਕੀਤੀ ਜੱਟੀ ਦਾ ਇੱਥੇ ਜ਼ਿਕਰ ਆਵੇਗਾ। ਸਤਿਗੁਰੂ ਜਦੋਂ ਹੇਦਰ ਪਿੰਡ ਤੋਂ ਨਿਕਲਦੇ ਨੇ, ਜਦੋਂ ਨਿਕਲਦਿਆਂ ਸਾਰੇ ਇੱਕ ਜੱਟੀ ਜਿਹਦਾ ਨਾਮ ਸੀ ਪੱਟੀ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵੇਖਦੀ ਹੈ। ਧਰ ਪਰਯੰਤ ਸਿਰ ਦੀਨ ਸਤਾਏ। ਤੇ ਉਹ ਪਲੰਗ ਦੇ ਥੱਲੇ ਪਾਸੇ ਪਲੰਗ ਚੁੱਕਿਆ ਹੈ ਨਾ ਗੁਰੂ ਕੇ ਸਿੰਘਾਂ ਦੇ ਥੱਲੇ, ਉਹਦੇ ਥੱਲੇ ਆਪਣਾ ਸਿਰ ਕਰ ਦਿੰਦੀ ਹੈ। ਪਿਖ ਗੁਰ ਭਾਖਿਓ ਦੇਹੋ ਹਟਾਈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਜੱਟੀ ਨੂੰ ਪਿਖ ਦੇ ਲਫ਼ਜ਼ੀਅਤ ਨੇ ਵੇਖਣਾ, ਇੱਥੇ ਸ਼ਬਦ ਪਿਖ ਹੈ ਤੇ ਇੱਕ ਲਫ਼ਜ਼ੀਅਤ ਅਸੀਂ ਪੇਖਣਾ, ਦੇਖਣਾ ਤੋਂ ਸ਼ਬਦ ਬਣਿਆ ਜੀ ਪੇਖਣਾ। ਪਿਖ ਦੇ ਲਫ਼ਜ਼ੀਅਤ ਨੇ ਵੇਖਣਾ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਜੱਟੀ ਨੂੰ ਵੇਖਿਆ, ਉਸ ਅਬਲਾ ਨੂੰ, ਇਸਤਰੀ ਨੂੰ ਵੇਖਿਆ ਹੈ, ਉਸੇ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਬਚਨ ਆਖੇ ਹਨ। ਕਿਆ ਮੰਗਤ ਬੁਝੋ ਇਸ ਤਾਈ। ਭਾਈ ਦਇਆ ਸਿੰਘ ਸਾਹਿਬ ਨੂੰ ਆਖਿਆ, ਪਿਆਰੇ ਭਾਈ ਦਇਆ ਸਿੰਘ ਸਾਹਿਬ ਜੀ, ਇਹਨੂੰ ਔਰਤ ਨੂੰ ਪੁੱਛੋ ਵੀ ਇਹਨੂੰ ਚਾਹੀਦਾ ਕੀ ਹੈ, ਕੀ ਇਹਦੀ ਇੱਛਾ ਹੈ, ਕੀ ਇਹਦੀ ਤਮੰਨਾ ਹੈ। ਦਇਆ ਸਿੰਘ ਤਬ ਕਰੀ ਹਟਾਵਨ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੰਘ ਭਾਈ ਦਇਆ ਸਿੰਘ ਸਾਹਿਬ ਨੇ ਉਸ ਅਬਲਾ ਨੂੰ, ਔਰਤ ਨੂੰ ਪਛਾਣ ਕੀਤਾ, ਉਸ ਜੱਟੀ ਨੂੰ ਪਛਾਣ ਕਰਕੇ ਤੇ ਉਹਦੇ ਕੋਲ ਖਲੋ ਗਏ ਹਨ। ਕਿਆ ਜਾਚ ਹੈ ਕਹੋ ਕਰੀ ਹੈ ਪਾਵਨ। ਮਹਾਰਾਜ ਸਾਹਿਬ ਜੀ ਆਖਦੇ ਨੇ ਕੀ ਤੇਰੇ ਮਨ ਦੀ ਤਮੰਨਾ ਹੈ, ਕੀ ਤੇਰੇ ਮਨ ਦੀ ਜਾਚਨਾ ਹੈ, ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਕੀ ਬਖਸ਼ਿਸ਼ ਲੈਣਾ ਚਾਹੁੰਦੀ ਹੈ। ਸੁਨ ਕਰ ਬੋਲੀ ਔਰ ਅਹਲਾਦੀ। ਤੇ ਉਸੇ ਤਰੀਕੇ ਦੇ ਨਾਲ ਅਹਲਾਦੀ ਬੜੇ ਪਿਆਰ ਤੇ ਭਾਵਨਾ ਦੇ ਨਾਲ ਉਸ ਜੱਟੀ ਨੇ ਇਉਂ ਆਖਣਾ ਕੀਤਾ ਹੈ। ਕਹੋ ਮੋਹੇ ਸੁਤ ਕੀ ਹੋਏ ਛਾਤੀ। ਮਹਾਰਾਜ ਸਾਹਿਬ ਜੀ ਨੂੰ ਆਖਣ ਲੱਗੇ, ਸਤਿਗੁਰੂ ਜੀ ਮੇਰੇ ਘਰ ਇੱਕ ਪੁੱਤਰ ਹੈ, ਆਪ ਜੀ ਕਿਰਪਾ ਕਰ ਦਿਓ ਉਹਦਾ ਵਿਆਹ ਹੋ ਜਾਵੇ, ਉਹਦੀ ਸ਼ਾਦੀ ਹੋ ਜਾਵੇ। ਤਬ ਗੁਰ ਭਨਿਓ ਪੰਸ ਬਿਰਦਾ ਹੈ। ਤੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦਇਆ ਦੇ ਘਰ ਵਿੱਚ ਆਏ ਨੇ। ਮਹਾਰਾਜ ਕਹਿੰਦੇ ਨੇ ਵਿਆਹ ਉਹਦਾ ਹੋ ਜਾਵੇਗਾ। ਮਹਾਰਾਜ ਕਹਿੰਦੇ ਨੇ ਉਹਦੀ ਵੰਸ਼ ਜਿਹੜੀਆਂ ਨਾ ਉਹਦੇ ਬਜ਼ੁਰਗਾਂ ਤੱਕ ਅਗਾਂਹ ਦੀ ਅਗਾਂਹ ਚੱਲੇਗੀ। ਸਪਤ ਛਾਤੀ ਕਰਵਾ ਹੈ। ਮਹਾਰਾਜ ਸਾਹਿਬ ਨੇ ਬਚਨ ਕਰ ਦਿੱਤੇ। ਮਹਾਰਾਜ ਕਹਿੰਦੇ ਵਿਆਹ ਤੇਰੇ ਪੁੱਤਰ ਦਾ ਹੋ ਜਾਵੇਗਾ, ਉਹਦੀ ਵੰਸ਼ ਜਿਹੜੀ ਹੈ ਬਹੁਤ ਲੰਬੇਰੀ ਚੱਲੇਗੀ। ਹੱਡੀ ਸੋਰ ਦੇ ਆਨੰਦ ਹੈ ਧਰੇ। ਤੇ ਫਿਰ ਇਹ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਲੈ ਕਰਕੇ ਜੱਟੀ ਪਲੰਗ ਤੋਂ ਥੋੜਾ ਜਿਹਾ ਪਛਾਂ ਹੋ ਗਈ ਤੇ ਹਿਰਦੇ ਦੇ ਅੰਦਰ ਆਨੰਦ ਬਣਿਆ ਕਿ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਇਹ ਦਾਤ ਝੋਲੀ ਦੇ ਵਿੱਚ ਪਾ ਦਿੱਤੀ ਹੈ। ਤਹਿ ਸੁਤ ਤੀਨ ਵਿਆਹੋ ਪੁੰਨ ਕਰੇ। ਤੇ ਆਪਣੇ ਉਹਦੇ 3 ਪੁੱਤਰ ਨੇ ਤੇ ਤਿੰਨਾਂ ਪੁੱਤਰਾਂ ਦੇ ਫਿਰ ਉਹਨੇ ਆਨੰਦ ਦੇ ਨਾਲ ਵਿਆਹ ਕੀਤੇ ਹਨ। ਪੋਤਰੇ ਸਪਤ ਵਿਆਹੋ ਕਰਵਾਏ। ਤੇ ਫਿਰ ਉਹਦੇ ਪੋਤਰੇ ਸੀ ਜਿਹੜੇ ਗਾਂ ਪੁੱਤਰਾਂ ਦੀ ਸ਼ਾਦੀ ਕਰ ਦਿੱਤੀ। ਪੁੱਤਰਾਂ ਦੇ ਪੁੱਤਰ ਜਿਹੜੇ ਸੀ ਉਹਨਾਂ ਦੇ ਵਿਆਹ ਵੀ ਇਸ ਜੱਟੀ ਨੇ ਵੇਖੇ ਹਨ। ਸੋ ਹਮ ਦੇਖੇ ਲਿਖੇ ਬਣਾਏ। ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ, ਅਸੀਂ ਉਹਨਾਂ ਪੋਤਰਿਆਂ ਨੂੰ ਦੇਖਿਆ ਤਾਂ ਕਰਕੇ ਇਹ ਪਾਵਨ ਇਤਿਹਾਸ ਲਿਖ ਰਹੇ ਹਾਂ। ਇਨ ਸਤਿਗੁਰ ਕੇ ਸਰਾਪ ਕਿਦੋਂ ਬਾਰ। ਮਹਾਰਾਜ ਸਾਹਿਬ ਗੁਰੂ ਭਾਈ ਕਵੀ ਸਿੰਘ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ, ਅਸੀਂ ਇਹ ਸਾਰਾ ਮਾਹੌਲ ਜਿਹੜਾ ਹੈ ਨਾ ਉਹਦੇ ਪੋਤਰਿਆਂ ਦੇ ਵਿਆਹ ਅੱਖਾਂ ਦੇ ਨਾਲ ਵੇਖੇ ਨੇ, ਤਾਂ ਇੱਥੇ ਇਹ ਬਚਨ ਵਿਰਾਸ ਲਿਖ ਰਹੇ ਆ। ਇਸ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਵਿਰਾਸ ਚੱਲਦੇ ਹਨ। ਬਿਦਤ ਜਾਣੀ ਹੈ ਜਹ ਕਹਿ ਧਰ ਪਰ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਜਿੱਥੇ ਜਿੱਥੇ ਵੀ ਹੁੰਦੇ ਨੇ, ਜਿੱਥੇ ਜਿੱਥੇ ਵੀ ਬਚਨ ਵਿਰਾਸ ਕਰਦੇ ਨੇ, ਉਹ ਜਿਹੜੇ ਪ੍ਰਸੰਗ ਜਿਹੜੇ ਅਸੀਂ ਇੱਥੇ ਲਿਖੇ ਹਨ। ਦੋਹਰਾ ਆਗੇ ਗਮਨ ਸਤਿਗੁਰੂ ਉਲੰਘੇ ਕੇਤਕ ਕੋਸ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅਗਾਂਹ ਲੱਗਦੇ ਨੇ। ਕੇਤਕ ਕਹਿੰਦੇ ਨੇ ਕਿੰਨੇ ਸ਼ਬਦ ਅਸੀਂ ਵਰਤਦੇ ਹਾਂ। ਕੇਤੇ ਸ਼ਬਦ ਪੜ੍ਹਦੇ ਨਾ ਜਪਜੀ ਸਾਹਿਬ ਦੇ, ਜਪਜੀ ਸਾਹਿਬ ਦੇ ਅੰਦਰ ਕੇਤੇ ਸ਼ਬਦ ਪੜ੍ਹਦੇ। ਕੇਤੇ ਦੇ ਲਫ਼ਜ਼ੀਅਤ ਨੇ ਅਣਗਿਣਤ, ਬਹੁਤ ਜ਼ਿਆਦਾ।
ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਸ਼ਬਦ ਵਰਤਨੇ ਆਗੇ ਗਮਨੇ ਸਤਿਗੁਰੂ ਉਲੰਘੇ ਕੇਤਕ ਕੋਸ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅਨੇਕਾਂ ਕੋਹ ਪੈਂਡਾ ਜਿਹੜਾ ਹੈ ਉਹਨਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੈਅ ਕਰ ਦਿੱਤਾ ਹੈ। ਹੁਣ ਕੋਹ ਅਸੀਂ ਘੱਟ ਜਾਣਦੇ ਆ ਵੀ ਕੋਹ ਦੇ ਲਫ਼ਜ਼ੀ ਅਰਥ ਕੀ ਨੇ। ਅਗਲੇ ਜਿਹੜਾ ਪ੍ਰਸੰਗ ਕਰਨਾ ਹੈ ਹੁਣ ਉਹਦੇ ਅੰਦਰ ਅਸੀਂ ਕੋਹ ਦੇ ਲਫ਼ਜ਼ੀ ਅਰਥ ਕਰਾਂਗੇ ਵੀ ਕੋਹ ਦੇ ਅਰਥ ਕੀ ਹੁੰਦੇ ਨੇ। ਇੱਕ ਬੇਨਤੀ ਹੋਰ ਕਰਦੇ ਹਾਂ, ਅਜੋਕੇ ਸਮੇਂ ਦੇ ਅੰਦਰ ਤੇ ਮਿੰਟਾਂ ਸਕਿੰਟਾਂ ਦੇ ਨਾਲ ਸਮਾਂ ਚੱਲ ਪਿਆ ਨਾ, ਘੜੀਆਂ ਕੀ ਹੁੰਦੀਆਂ ਨੇ ਇਹਦੇ ਅੰਦਰ ਅਸੀਂ ਜ਼ਿਕਰ ਸਾਰਾ ਕਰਾਂਗੇ ਕਿਉਂਕਿ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਣ ਭਾਈ ਦਇਆ ਸਿੰਘ ਸਾਹਿਬ ਜੀ ਨਾਲ ਕਰਨੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੇਵਰ ਪਿੰਡ ਤੋਂ ਨਿਕਲੇ ਨੇ। ਜੱਟੀ ਨੇ ਮਹਾਰਾਜ ਸਾਹਿਬ ਜੱਟੀ ਪੱਟੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਬਖਸ਼ਿਸ਼ ਕੀਤੇ ਨੇ। ਅਗਾਂਹ ਜਾਂਦੇ ਜਾਂਦੇ ਮਹਾਰਾਜ ਕਿੰਨੇ ਕੋਹ ਪੈਂਡਾ ਤੈਅ ਕਰਕੇ ਤੇ ਅਗਾਂਹ ਪਹੁੰਚਦੇ ਹਨ। ਜਗਰਾਵਾਂਪੁਰ ਕੋਟ ਕੋ ਰਾਏ ਹੁਤੋ ਬਟ ਹੋਸ਼। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਹਦੇ ਕੋਲ ਹੁਣ ਪਹੁੰਚੇ ਨੇ? ਜਗਰਾਵਾਂਪੁਰ ਕੋਟ ਕੋ। ਜਗਰਾਵਾਂ ਕਿਲਾ ਹੈ ਤੇ ਉੱਥੇ ਰਾਜਾ ਰਾਏ ਕੱਲਾ, ਰਾਏ ਕੱਲੇ ਦੇ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਪਹੁੰਚੇ ਨੇ ਤੇ ਇੱਥੇ ਸ਼ਬਦ ਹੈ ਬੜ ਹੋਸ਼। ਬੜ ਦੇ ਲਫ਼ਜ਼ ਅਰਥ ਨੇ ਵੱਡਾ, ਬਹੁਤ, ਤੇ ਹੋਸ਼ ਦੇ ਇੱਥੇ ਅਰਥ ਕਰਾਂਗੇ ਅਕਲਮੰਦ। ਜਿਹੜਾ ਬਹੁਤ ਅਕਲਮੰਦ ਸੀ ਰਾਏ ਕੱਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਕੋਲ ਪਹੁੰਚੇ ਹਨ। ਨਿਸ਼ਾਨੀ ਛੰਦ ਜਨਮ ਤੁਰਕ ਹਿੰਦੂ ਧਰਮ ਜਿਨ ਧਾਰਨ ਕੀਨਾ। ਹੁਣ ਇਹ ਨਿਸ਼ਾਨੀ ਛੰਦ ਸ਼ੁਰੂ ਹੋ ਗਿਆ ਹੈ। ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਦੀ ਨਿਸ਼ਾਨੀ ਛੰਦ ਅੰਦਰ ਇਹ ਬਖਸ਼ਿਸ਼ ਕਰਦੇ ਨੇ। ਪਹਿਲਾ ਵਚਨ ਉਹਨਾਂ ਨੇ ਲਿਖਿਆ ਹੈ ਜਨਮ ਤੁਰਕ ਹਿੰਦੂ ਧਰਮ ਜਿਨ ਧਾਰਨ ਕੀਨਾ। ਰਾਏ ਕੱਲਾ ਜਿਹੜਾ ਸੀ ਉਹ ਤੁਰਕਾਂ ਦੇ ਘਰ ਉਹਦਾ ਜਨਮ ਹੋਇਆ ਸੀ ਤੇ ਉਹਨੇ ਹਿੰਦੂ ਧਰਮ ਧਾਰਨ ਕੀਤਾ ਸੀ ਤੇ ਬਹੁਤ ਹੀ ਸ਼ਰਧਾਵਾਨ ਤੇ ਦਇਆਵਾਨ ਹਿਰਦੇ ਵਾਲਾ ਸੀ। ਹੁਣ ਫਿਰ ਦੁਬਾਰਾ ਬੇਨਤੀ ਕਰਾਂ, ਰਾਏ ਕੱਲੇ ਦਾ ਜਨਮ ਜਿਹੜਾ ਸੀ ਇਸਲਾਮਿਜ਼ਮ ਦੇ ਵਿੱਚ ਹੋਇਆ, ਤੁਰਕਾਂ ਦੇ ਘਰ ਵਿੱਚ ਹੋਇਆ, ਪਰ ਉਹਨੇ ਹਿੰਦੂ ਧਰਮ ਸਨਾਤਨ ਧਰਮ ਨੂੰ ਧਾਰਨ ਕੀਤਾ ਹੋਇਆ ਸੀ ਤੇ ਬਹੁਤ ਅਕਲਮੰਦ ਸੀ। ਅਕਲਮੰਦ ਦੇ ਨਾਂਦਾਰ ਸਤ ਸੰਤੋਖ ਦਇਆ ਦਾ ਧਾਰਨੀ ਸੀ ਤੇ ਬਹੁਤ ਵੱਡਾ ਯੋਧਾ ਵੀ ਸੀ। ਰਾਏ ਕੱਲਾ ਬਹੁਤ ਵੱਡਾ ਯੋਧਾ ਵੀ ਸੀ। ਇੱਥੇ ਕਵੀ ਸੰਤੋਖ ਸਿੰਘ ਸਾਹਿਬ ਜੀ ਬਿਆਨ ਕਰਦੇ ਪਏ ਨੇ ਵੀ ਇਹਦੇ ਬਾਵਜੂਦ ਹਿਰਦੇ ਦੇ ਅੰਦਰ ਬੜੀ ਦਇਆ ਸੀ, ਹਿਰਦੇ ਦੇ ਅੰਦਰ ਬੜੀ ਭਾਵਨਾ ਸੀ। ਤੁਰਕਾਂ ਦੇ ਘਰ ਜਨਮਿਆ, ਹਿੰਦੂ ਧਰਮ ਧਾਰਨ ਕੀਤਾ, ਪਰ ਇਹਦੇ ਬਾਵਜੂਦ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਨਾਲ ਅਥਾਹ ਇਹਦਾ ਪਿਆਰ ਸੀ। ਬਹੁਤ ਦਇਆ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਆਓ ਭਗਤ ਇਹਨੇ ਕੀਤੀ ਹੈ। ਦਇਆ ਧਰਮ ਪੁੰਨ ਆਤਮਾ ਸ਼ੁਭ ਮਗ ਮਨ ਭੀਨਾ। ਤੇ ਦਇਆ ਧਰਮ ਪੁੰਨ ਆਤਮਾ ਸਾਰੇ ਗੁਣ ਨੇ ਇਹਦੇ ਵਿੱਚ ਦਇਆ ਵੀ ਹੈ, ਧਰਮੀ ਹੈ, ਪੁੰਨ ਆਤਮਾ ਪੁੰਨ ਕਰਨ ਵਾਲੀ ਆਤਮਾ ਹੈ। ਇਹਨੇ ਆਪਣੇ ਮਨ ਦੇ ਅੰਦਰ ਅਜਿਹੀ ਬਿਰਤੀ ਧਾਰਨ ਕੀਤੀ ਹੈ। ਸਕਲ ਭੇਵ ਗੁਰਦੇਵ ਕੋ ਸੁਨ ਸੇਵਕ ਮਾਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਦੇ ਸਾਰੇ ਕੌਤਕ ਸਾਰੇ ਭੇਦ ਇਹਨੇ ਮਨ ਦੇ ਅੰਦਰ ਸੁਣੇ ਨੇ, ਮਨ ਨਾਲ ਵਿਚਾਰੇ ਨੇ ਤੇ ਉਹਨਾਂ ਨੂੰ ਸੁਣ ਕਰਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਦੀ ਉਮੰਗ ਇਹਦੇ ਹਿਰਦੇ ਦੇ ਅੰਦਰ ਪੈਦਾ ਹੋ ਗਈ। ਸਿਰਫ ਸੁਣ ਕੇ ਅਸੀਂ ਦਰਸ਼ਨਾਂ ਦੀ ਗੱਲ ਕਰਦੇ ਹਾਂ। ਇੱਥੇ ਇੱਕ ਬੇਨਤੀ ਕਰਾਂਗਾ, ਦਰਸ਼ਨਾਂ ਦੀ ਗੱਲ ਅਸੀਂ ਕਰਨੀ ਆ ਜਦੋਂ ਅਸੀਂ ਦਰਸ਼ਨਾਂ ਦਾ ਵਿਸ਼ਾ ਪੜ੍ਹਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਕ ਗੁਰਬਾਣੀ ਦੇ ਅੰਦਰ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਸਾਡੇ ਸਿੱਖ ਵਿਦਵਾਨਾਂ ਨੇ 4 ਤਰ੍ਹਾਂ ਦੇ ਦਰਸ਼ਨਾਂ ਦਾ ਜ਼ਿਕਰ ਕੀਤਾ ਹੈ, ਜਿੱਥੇ ਇੱਕ ਤਰ੍ਹਾਂ ਦਾ ਦਰਸ਼ਨ ਇਸ ਰਾਏ ਕੱਲੇ ਦੇ ਮਨ ਵਿੱਚ ਪੈਦਾ ਹੋਇਆ। ਅਸੀਂ ਇਹ ਬਚਨ ਪੜ੍ਹਦੇ ਹਾਂ ਸ਼ਰਵਣ ਦਰਸ਼ਨ, ਸੁਪਨ ਦਰਸ਼ਨ, ਚਿੱਤਰ ਦਰਸ਼ਨ ਤੇ ਪ੍ਰਤੱਖ ਦਰਸ਼ਨ। ਪ੍ਰਤੱਖ ਦਰਸ਼ਨ ਆਮੋ ਸਾਹਮਣੇ ਦਰਸ਼ਨ ਹੋ ਜਾਣੇ, ਉਹਨੂੰ ਪ੍ਰਤੱਖ ਦਰਸ਼ਨ ਆਖਦੇ ਆ। ਜਿਵੇਂ ਭਗਤ ਨਾਮਦੇਵ ਜੀ ਨੇ ਆਪਣੀ ਰਹਿੰਦੀ ਹਯਾਤੀ ਦੇ ਅੰਦਰ 72 ਵਾਰ ਉਸ ਅਕਾਲ ਪੁਰਖ ਦੇ ਰੂਬਰੂ ਹੋ ਕਰਕੇ ਦਰਸ਼ਨ ਕੀਤੇ ਨੇ, ਉਹਨੂੰ ਕਹਿੰਦੇ ਨੇ ਪ੍ਰਤੱਖ ਦਰਸ਼ਨ। ਚਿੱਤਰ ਦਰਸ਼ਨ ਦਾ ਜ਼ਿਕਰ ਕਰਦੇ ਆ ਵੀ ਫੋਟੋ ਦਾ ਅਸੀਂ ਦਰਸ਼ਨ ਕਰ ਲੈਣਾ, ਹਾਲਾਂਕਿ ਗੁਰਮਤ ਇਹਦੀ ਕਸਵੱਟੀ ਦੇ ਉੱਤੇ ਉਤਰਦੀ ਨਹੀਂ। ਚਿੱਤਰ ਦਰਸ਼ਨ ਗੁਰੂ ਘਰ ਦੇ ਅੰਦਰ ਪ੍ਰਵਾਨ ਨਹੀਂ। ਕੀ ਚਿੱਤਰ ਦਰਸ਼ਨ ਵਾਸਤੇ ਚਿੱਤਰ ਦਰਸ਼ਨ ਦੀ ਵਿਆਖਿਆ ਕੀ ਹੋਵੇਗੀ? ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ। ਸਤਿਗੁਰੂ ਪਹਿਲਾ ਹੈ ਪ੍ਰਤੱਖ ਦਰਸ਼ਨ, ਫਿਰ ਚਿੱਤਰ ਦਰਸ਼ਨ ਹੈ, ਫਿਰ ਸੁਪਨ ਦਰਸ਼ਨ ਹੈ, ਸੁਪਨੇ ਦੇ ਵਿੱਚ ਦਰਸ਼ਨ ਹੋ ਜਾਣੇ, ਤੇ ਚੌਥੇ ਨੰਬਰ ਤੇ ਹੈ ਸ਼ਰਵਣ ਦਰਸ਼ਨ। ਕੰਨਾਂ ਦੇ ਨਾਲ ਆਪਣੇ ਮੁਰਸ਼ਿਦ ਦੀ ਉਸਤਤ ਸੁਣਨੀ ਤੇ ਹਿਰਦੇ ਦੇ ਅੰਦਰ ਸੇਵਾ ਤੇ ਦਰਸ਼ਨਾਂ ਦੀ ਉਮੰਗ ਪੈਦਾ ਹੋ ਜਾਣੀ।
ਉਹਨੂੰ ਕਹਿੰਦੇ ਨੇ ਸ਼ਰਵਣ ਦਰਸ਼ਨ। ਤੇ ਹੁਣ ਸ਼ਰਵਣ ਦਰਸ਼ਨ ਰਾਹੀਂ ਰਾਏ ਕੱਲਾ ਜਿਹੜਾ ਸੀ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੌਤਕ ਸੁਣੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਏਡੀ ਸਰਬ ਕਲਾ ਸਮਰੱਥ ਨੇ, ਏਡੀ ਵੱਡੀ ਸ਼ਖਸੀਅਤ ਨੇ, ਆਪ ਨਾਰਾਇਣ ਕਲਾਕਾਰ ਨੇ, ਖੁਦ ਖੁਦਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇ ਉਹ ਜਗਰਾਉਂ ਤੇ ਮੇਰੇ ਪਿੰਡ ਦੇ ਵਿੱਚ ਆਏ ਨੇ, ਮੇਰੇ ਨਾਲ ਮੁਲਾਕਾਤ ਹੋਣੀ ਹੈ। ਜੇ ਸੁਣ ਕੇ ਹਿਰਦੇ ਦੇ ਅੰਦਰ ਸੇਵਾ ਦੀ ਉਮੰਗ ਤੇ ਸੇਵਾ ਦਾ ਚਾਅ ਪੈਦਾ ਹੋਇਆ ਹੈ। ਲੈ ਸੈਨਾ ਸੰਗ ਤੀਨ ਸਹਿ ਚਲ ਦਰਸ਼ਨ ਚਾਹ। 300 ਸੈਨਿਕ ਨਾਲ ਲੈ ਕਰਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨਾਂ ਨੂੰ ਚੱਲ ਪਿਆ ਹੈ। ਆਏ ਅਗਾਰੀ ਸੋ ਮਿਲਿਓ ਅਵਲੋਕੇ ਸੁਆਮੀ। ਆਏ ਅਗਾਰੀ ਸੋ ਮਿਲਿਓ ਅਵਲੋਕੇ ਸੁਆਮੀ। ਸਤਿਗੁਰਾਂ ਨੂੰ ਅੱਗੋਂ ਆਉਂਦਾ ਦੇਖਿਆ ਇਹਨੇ। ਰਾਏ ਕੱਲੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੱਗੋਂ ਆਉਂਦਾ ਆਪਣੀਆਂ ਅੱਖਾਂ ਦੇ ਨਾਲ ਤੱਕਿਆ ਹੈ। ਨੀਲੇ ਬਸਤਰ ਪਰਯੰਤ ਪਰ ਥਿਰ ਅੰਤਰ ਜਾਮੀ। ਨੀਲੇ ਬਸਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਧਾਰਨ ਕੀਤੇ ਨੇ, ਪ੍ਰਿਅੰਕ ਮੰਜੇ ਦੇ ਉੱਤੇ ਬੈਠੇ ਨੇ, ਅੰਤਰਜਾਮੀ ਸਤਿਗੁਰੂ ਦਿਨਾਂ ਦੀਆਂ ਜਾਣਨ ਵਾਲੇ। ਤਲਿਓ ਤੁਰੰਗਮ ਦੂਰ ਹੀ ਪਾਇਨ ਸੋ ਆਇਓ। ਤਲਿਓ ਤੁਰੰਗਮ ਦੂਰ ਹੀ, ਆਪਣੇ ਘੋੜੇ ਦੇ ਉੱਤੋਂ ਉਤਰ ਜਾਂਦਾ ਹੈ, ਦੂਰੋਂ ਹੀ। ਅਜੇ ਮਹਾਰਾਜ ਨੂੰ ਅੱਗੋਂ ਤੱਕਿਆ ਹੈ ਨਾ, ਦੂਰੋਂ ਹੀ ਘੋੜੇ ਦੇ ਉੱਤੋਂ ਉਤਰ ਗਿਆ ਹੈ, ਹੇਠਾਂ ਉਤਰ ਗਿਆ ਹੈ। ਘੋੜਾ ਜਿਹੜਾ ਹੈ ਆਪਣੇ ਵਜ਼ੀਰ ਨੂੰ ਇਹਨੇ ਫੜਾ ਦਿੱਤਾ ਹੈ, ਰਾਏ ਕੱਲੇ ਨੇ, ਤੇ ਘੋੜੇ ਦੇ ਉੱਤੋਂ ਉਤਰ ਕਰਕੇ ਤੇ ਪੈਰਾਂ ਦੇ ਨਾਲ ਪਾਇਨ ਸੋ ਧਾਇਓ। ਪਾਇਨ ਦੇ ਲਫ਼ਜ਼ ਨੇ ਪੈਰ, ਧਾਇਓ ਦੇ ਲਫ਼ਜ਼ ਨੇ ਜਾਣਾ। ਇਹਨੇ ਘੋੜੇ ਦੇ ਉੱਤਰ ਕਰਕੇ ਪੈਰਾਂ ਦੇ ਨਾਲ ਚੱਲ ਕਰਕੇ ਤੇ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਗਿਆ ਹੈ। ਹਾਥ ਜੋੜ ਸਨਮੁਖ ਗਇਓ ਬਹੁ ਸੀਸ ਨਿਵਾਇਓ। ਹਾਥ ਜੋੜ ਸਨਮੁਖ ਗਇਓ, ਹੱਥ ਜੋੜ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਖਲੋਤਾ ਹੈ ਤੇ ਖਲੋ ਕਰਕੇ ਤੇ ਅਦਬ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੀਸ ਨਿਵਾਇਆ ਹੈ। ਕਦਮ ਪਦਮ ਸਮ ਸੁਖ ਸਦਮ ਪਰਸੇ ਕਰ ਦੋ। ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਵਲ ਦੇ ਫੁੱਲਾਂ ਵਰਗੇ ਚਰਨ ਕਮਲ, ਕਵਲ ਦੇ ਫੁੱਲਾਂ ਵਰਗੇ ਚਰਨ ਕਮਲ ਬਿਲਕੁਲ ਕੋਮਲ ਨੇ, ਬਿਲਕੁਲ ਕੋਮਲ ਨੇ, ਤੇ ਸੁਖ ਸਦਮ, ਸੁਖ ਸਦਮ ਦੇ ਲਫ਼ਜ਼ੀ ਅਰਥ ਨੇ ਸੁੱਖਾਂ ਦਾ ਘਰ। ਜਦੋਂ ਮਹਾਰਾਜ ਪਾਕ ਗੁਰਬਾਣੀ ਅੰਦਰ ਲਿਖਦੇ ਨੇ ਚਿਤ ਚਰਨ ਨਾਮ, ਜਾਪ ਸਾਹਿਬ ਦੀ ਬਾਣੀ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਕਮਲ ਇਹ ਬਹੁਤ ਕੋਮਲ ਨੇ, ਜਿੱਥੋਂ ਸਾਰੇ ਸੁੱਖਾਂ ਦੀ ਦਾਤ ਮਿਲਦੀ ਏ। ਇਸ ਰਾਏ ਕੱਲੇ ਨੇ ਸਾਰੇ ਸੁੱਖਾਂ ਦੀ ਦਾਤ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਨੂੰ ਆਪਣੇ ਹੱਥਾਂ ਦੇ ਨਾਲ ਪਰਸਣਾ ਕੀਤਾ ਹੈ। ਬਦਨ ਬਿਲੋਚਨ ਭਾਲ ਪਰ ਫਿਰ ਫੇਰਤ ਸੋ। ਜਦੋਂ ਇਹਨੇ ਸੀਸ ਨਿਵਾਇਆ ਹੈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਨੂੰ, ਸੀਸ ਨਿਵਾ ਕਰਕੇ ਸਾਹਿਬਾਂ ਦੇ ਚਰਨਾਂ ਨੂੰ ਆਪਣੇ ਹੱਥਾਂ ਦੇ ਨਾਲ ਪਰਸਿਆ ਹੈ। ਪਰਸ ਕਰਕੇ ਤੇ ਉਹ ਪਰਸੇ ਹੋਏ ਹੱਥ ਨੇ ਨਾ ਜਿਹੜੇ, ਇੱਥੇ ਦੋ ਲਫ਼ਜ਼ ਨੇ, ਇੱਕ ਸ਼ਬਦ ਹੈ ਬਦਨ ਤੇ ਦੂਸਰਾ ਲਫ਼ਜ਼ ਹੈ ਬਿਲੋਚਨ। ਬਦਨ ਦੇ ਲਫ਼ਜ਼ੀ ਅਰਥ ਨੇ ਸਰੀਰ ਤੇ ਬਿਲੋਚਨ ਦੇ ਲਫ਼ਜ਼ੀ ਅਰਥ ਨੇ ਅੱਖਾਂ, ਨੇਤਰ। ਇਹਨੇ ਜਿਹੜੇ ਹੱਥ ਸੀ ਜਿਹੜੇ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਨਾਲ ਪਰਸੇ ਨੇ, ਪਰਸ ਕਰਕੇ ਤੇ ਆਪਣੇ ਸਰੀਰ ਦੇ ਉੱਤੇ ਤੇ ਆਪਣੀਆਂ ਅੱਖਾਂ ਦੇ ਉੱਤੇ ਫੇਰੇ ਨੇ। ਹੱਥ ਪਰਸ ਕਰਕੇ ਨਾ, ਤੇ ਜਿਵੇਂ ਆਪਾਂ ਮੁੱਖ ਨੂੰ ਫੇਰਦੇ ਆ, ਚਰਨਾਂ ਦੀ ਧੂੜ ਆਪਣੀ ਮਸਤਕ ਨੂੰ ਲਾਉਂਦੇ ਆ, ਇਸ ਢੰਗ ਦੇ ਨਾਲ ਰਾਏ ਕੱਲੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਆਪਣੇ ਸਰੀਰ ਨੂੰ ਲਾਈ ਹੈ। ਸਰੀਰ ਨੂੰ ਚਰਨ ਧੂੜ ਲਾਉਂਦਿਆਂ ਸਾਰ ਰੋਮ ਰੋਮ ਰਾਏ ਕੱਲੇ ਦਾ ਖਿੜ ਉੱਠਿਆ ਏ। ਕਿਸੇ ਵੀ ਰਹਿੰਦੀ ਹਯਾਤੀ ਦੇ ਅੰਦਰ ਰਾਏ ਕੱਲੇ ਦੇ ਮਨ ਵਿੱਚ ਇਦਾਂ ਦੀ ਭਾਵਨਾ ਨਹੀਂ ਬਣੀ ਕਦੇ, ਜਿਹੜੀ ਭਾਵਨਾ ਉਸ ਸਮੇਂ ਬਣੀ ਸੀ। ਇਹ ਤੇ ਮਹਾਰਾਜ ਸਾਹਿਬ ਜੀ ਪਾਵਨ ਗੁਰਬਾਣੀ ਅੰਦਰ ਲਿਖਦੇ ਨੇ, ਗੁਰ ਮਿਲ ਤਾਂ ਕੇ ਖੁੱਲੇ ਕਪਾਟ, ਬੌਰ ਨਾ ਆਵੇ ਜੋਨੀ ਬਾਟ। ਇੱਕ ਵਾਰ ਗੁਰੂ ਦੀ ਚਰਨ ਛੋਹ ਜਿਹਨੂੰ ਪ੍ਰਾਪਤ ਹੋ ਜਾਵੇ ਤੇ ਉਹਦਾ ਜਨਮ ਮਰਨ ਮੁੱਕ ਜਾਂਦਾ ਹੈ। ਇਹ ਕਬੀਰ ਸਾਹਿਬ ਦੀ ਪਾਵਨ ਬਾਣੀ ਹੈ। ਇਸ ਢੰਗ ਦੇ ਨਾਲ ਰਾਏ ਕੱਲੇ ਨੇ ਸਾਹਿਬਾਂ ਦੇ ਚਰਨ ਪਰਸ ਕਰਕੇ ਉਹ ਪਰਸੇ ਹੋਏ ਚਰਨਾਂ ਦੇ ਜਿਹੜੀ ਧੂੜ ਸੀ, ਹੱਥ ਸੀ ਜਿਹੜੇ ਆਪਣੇ ਸਰੀਰ ਨੂੰ ਲਾਏ ਨੇ, ਆਪਣੇ ਮੁਖ ਨੂੰ ਫੇਰੇ ਨੇ ਤੇ ਆਪਣੀਆਂ ਅੱਖਾਂ ਨੂੰ ਫੇਰੇ ਹਨ। ਆਪ ਸਾਥ ਰਨ ਗਾਥ ਬਟਹਿ ਨਾਥ ਅਸੰਭੈ। ਤੇ ਚਰਨਾਂ ਦੀ ਧੂੜ ਮੱਥੇ ਨੂੰ ਲਾ ਕਰਕੇ ਤੇ ਰਾਏ ਕੱਲੇ ਨੇ ਮਹਾਰਾਜ ਸਾਹਿਬ ਜੀ ਨੂੰ ਬਚਨ ਆਖਿਆ। ਸਤਿਗੁਰੂ ਬਹੁਤ ਪਿਆਰ ਦੇ ਨਾਲ ਬਚਨ ਆਖਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਓ ਆਪ ਜੀ ਦੇ ਕੌਤਕ ਸੁਣੇ ਨੇ, ਹਿਰਦੇ ਦੇ ਅੰਦਰ ਸੇਵਾ ਦੀ ਉਮੰਗ ਪੈਦਾ ਹੋ ਗਈ ਏ। ਪਰ ਇੱਕ ਮੈਂ ਤਾਂ ਆਪ ਜੀ ਦੇ ਨਾਲ ਬਚਨ ਜ਼ਰੂਰ ਸਾਂਝਾ ਕਰਾਂਗਾ। ਜਿਹੜਾ ਯੁੱਧ ਰਣ ਯੁੱਧ ਜਿਹੜਾ ਰਣ ਭੂਮੀ ਦੇ ਅੰਦਰ ਤੁਰਕਾਂ ਦੇ ਨਾਲ ਤੁਹਾਡਾ ਹੋਇਆ ਹੈ, ਉਹ ਨਾਮ ਮੁਸਾਵਿਕ ਹੈ, ਬਹੁਤ ਅਚੰਭੇ ਵਾਲਾ ਹੈ, ਬਹੁਤ ਹੈਰਾਨੀ ਜਿਹੜਾ ਉਹ ਯੁੱਧ ਤੁਸੀਂ ਤੁਰਕਾਂ ਦੇ ਨਾਲ ਕੀਤਾ ਹੈ। 10 ਲੱਖ ਦੀ ਫੌਜ ਚੜ ਕੇ ਆ ਜਾਣੀ ਤੇ 40 ਮਰ ਜੀਵਣਿਆਂ ਦੇ ਨਾਲ ਉਹਨਾਂ ਦਾ ਮੁਕਾਬਲਾ ਕਰਵਾ ਦੇਣਾ। ਸਤਿਗੁਰੂ ਜੀ ਆਪ ਦੀ ਸਰਬ ਕਲਾ ਸਮਰੱਥ ਹੋ।
ਬਹੁਤ ਅਚੰਭੇ ਵਾਲਾ ਹੈ। ਹਿਰਦੇ ਦੇ ਅੰਦਰ ਅਚਰਜ ਪੈਦਾ ਕਰ ਦਿੰਦਾ ਹੈ ਕਿ 10 ਲੱਖ ਦੀ ਫੌਜ ਤੇ 40 ਸਿੰਘਾਂ ਨੇ ਮੁਕਾਬਲਾ ਕਰ ਲਿਆ। ਐਵੇਂ ਸਤਿਗੁਰਾਂ ਦੇ ਅੱਗੇ ਬਚਨ ਕਰਦਾ ਹੈ। ਕਉ ਬਿਲੋਕ ਬਹਾਦਰੀ ਸਭ ਤੁਰਕ ਅਚੰਭੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੀ ਬਰਾਦਰੀ ਦੀ ਬਹਾਦਰੀ ਦੀ ਮਿਸਾਲ ਦੇਣੀ ਸੱਚੇ ਪਾਤਸ਼ਾਹ ਜੀ ਬਹੁਤ ਔਖੀ ਹੈ। ਦੁਨੀਆ ਦੇ ਵਿੱਚ ਇਵੇਂ ਕੋਈ ਮਿਸਾਲ ਨਹੀਂ ਦੇ ਸਕਦਾ ਜਿਸ ਢੰਗ ਦੇ ਨਾਲ ਤੁਸੀਂ ਤੁਰਕਾਂ ਦਾ ਖਾਤਮਾ ਕੀਤਾ ਹੈ। ਕਰਾਮਾਤ ਸਾਹਿਬ ਬੜੇ ਸਮਰੱਥ ਸਭ ਭਾਂਤੀ। ਇਸ ਪੰਕਤੀ ਦੀ ਵਿਆਖਿਆ ਕਰਨ ਵਾਸਤੇ ਅਸੀਂ ਜਫਰਨਾਮੇ ਦਾ ਪਹਿਲਾ ਸ਼ੇਰ ਪੜ੍ਹਦੇ ਹਾਂ। ਕਮਾਲੇ ਕਰਾਮਾਤ ਕਾਇਮ ਕਰੀ ਰਜਾ ਬਖਸ਼ ਰਾਜ ਬਿਰ ਹਾਕਮ ਰਹੀਮ। ਮਹਾਰਾਜ ਸਾਹਿਬ ਜੀ ਨੂੰ ਰਾਏ ਕੱਲਾ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਕਰਾਮਾਤ ਸਾਹਿਬ ਬੜੇ, ਕਰਾਮਾਤ ਵਿੱਚ ਸਭ ਤੋਂ ਵੱਡੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਅਗਲੇ ਪਾਸੇ ਸ਼ਬਦ ਨੇ ਸਮਰੱਥ ਸਭ ਭਾਤੀ। ਆਪ ਜੀ ਸਾਰੀਆਂ ਕਲਾਂ ਦੇ ਵਿੱਚ ਸਮਰੱਥ ਹੋ। ਅਸੀਂ ਪੜ੍ਹਦੇ ਨਾ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। 4 ਯੁੱਗ ਹੋਏ ਨੇ ਨਾ, 4 ਯੁੱਗਾਂ ਦੇ ਨਾਮ ਅਸੀਂ ਜਾਣਦੇ, ਦੁਆਪਰ ਤ੍ਰੇਤਾ ਸਾਰੇ ਜਾਣਦੇ ਨਾ ਅਸੀਂ। 4 ਯੁੱਗਾਂ ਦੇ ਵਿੱਚ ਅਵਤਾਰ ਵੀ ਹੋਏ ਨੇ, ਰਾਮ ਅਵਤਾਰ, ਵਿਸ਼ਨੂੰ ਅਵਤਾਰ, ਅਸੀਂ ਸਾਰੇ ਜਾਣਦੇ ਹਾਂ। ਮੈਂ ਇਸ ਪਾਸੇ ਨਹੀਂ ਜਾਣਾ, ਸਿਰਫ ਇੱਕ ਬੇਨਤੀ ਕਰਨ ਲੱਗਾ। 4 ਯੁੱਗਾਂ ਦੇ ਵਿੱਚ ਜਿੰਨੇ ਅਵਤਾਰ ਹੋਏ ਨੇ ਸਾਰੇ ਹੀ ਕਲਾ ਅਵਤਾਰ ਹੋਏ ਨੇ। ਕਿਸੇ ਦੇ ਕੋਲ 14 ਕਲਾ ਨੇ, ਕਿਸੇ ਦੇ ਕੋਲ 16 ਕਲਾ ਨੇ। ਹਾਲਾਂਕਿ ਸ਼੍ਰੀ ਕ੍ਰਿਸ਼ਨ ਜੀ ਦੇ ਕੋਲ 32 ਕਲਾਵਾਂ ਦਾ ਜ਼ਿਕਰ ਵੀ ਵਿਦਵਾਨ ਲਿਖਦੇ ਨੇ। 16 ਕਲਾ ਸ਼੍ਰੀ ਰਾਮਚੰਦਰ ਜੀ ਕੋਲ ਨੇ। ਐਵੇਂ ਕਲਾ ਦਾ ਜ਼ਿਕਰ ਹੈ। ਪਰ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਇਸ ਦੁਨੀਆ ਦੇ ਉੱਤੇ ਪ੍ਰਗਟ ਹੋਏ ਜਿਹੜੇ ਸਰਬ ਕਲਾ ਸਮਰੱਥ ਨੇ, ਸਾਰੀਆਂ ਕਲਾਵਾਂ ਦੇ ਸਮਰੱਥ ਨੇ। ਆਸਾ ਦੀ ਜਦੋਂ ਅਸੀਂ ਜੈਤਸਰੀ ਦੀ ਵਾਰ ਪੜ੍ਹਦੇ ਹਾਂ, ਪਹਿਲਾ ਸ਼ਲੋਕ ਪੜੋ, ਆਦਿ ਪੂਰਨ ਮੱਧ ਪੂਰਨ ਉਹਦੀ ਪੌੜੀ ਪੜੋ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਹਰ ਏਕ ਨਿਰੰਜਨ ਗਾਈਏ ਸਭ ਅੰਤਰ ਸੋਈ, ਕਰਨ ਕਾਰਨ ਸਮਰੱਥ ਪ੍ਰਾਪਤ ਜੋ ਕਰੇ ਸੋ ਕੋਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਰਬ ਕਲਾ ਸਮਰੱਥ ਨੇ। ਤੇ ਇਸ ਪੰਕਤੀ ਦੀ ਵਿਆਖਿਆ ਕਰਨੀ ਤੇ ਜਫਰਨਾਮੇ ਦੇ ਪਹਿਲੇ 11 ਸ਼ੇਰ ਪੜ੍ਹ ਲਓ, ਬਾਤਮਾਲ ਵਿਆਖਿਆ ਹੋਵੇ। ਮਹਾਰਾਜ ਸਾਹਿਬ ਜੀ ਕਹਿੰਦੇ ਕਮਾਲੇ ਕਰਾਮਾਤ ਕਾਇਮ ਕਰੀ ਰਜ਼ਾ ਬਖਸ਼ ਰਾਜ ਬਿਰ ਹਾਕਮ ਰਹੀਮ। ਅਮਾ ਬਖਸ਼ ਬਖਸ਼ਿੰਦੇ ਉਹ ਦਸਤਗੀਰ, ਹੱਥ ਨੂੰ ਫੜਨ ਵਾਲਾ। ਅਮਾ ਬਖਸ਼ ਬਖਸ਼ਿੰਦੇ ਬਖਸ਼ਿਸ਼ ਕਰਨ ਵਾਲਾ, ਦਸਤਗੀਰ ਹੱਥ ਨੂੰ ਫੜਨ ਵਾਲਾ। ਖਤਾ ਬਖਸ਼ ਰੋਜ਼ੀ ਦੇਵੋ ਦਿਨ ਪਜ਼ੀਰ, ਖਤਾਵਾਂ ਨੂੰ ਬਖਸ਼ਣ ਵਾਲਾ ਤੇ ਰੋਜ਼ੀ ਦੇਵੋ ਦਿਨ ਪਜ਼ੀਰ, ਰਿਜ਼ਕ ਨੂੰ ਦੇਣ ਵਾਲਾ ਤੇ ਅੰਦਰ ਦੀਆਂ ਜਾਣਨ ਵਾਲਾ। ਸ਼ਹਿਨਸ਼ਾਹੀ ਖੂਬੀ ਤੇ ਰਹਿਣ ਮੋਕੇ ਬੇਗੁਨੋ ਬੇਚੁਨੋ ਚੂ ਬੇਦਮੋ, ਨਾ ਸਾਦੋ ਨਾ ਬਾਦੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦੇ ਐਸ਼ ਅਰਸ਼। ਅਰਸ਼ਾਂ ਨੂੰ ਫਰਸ਼ਾਂ ਤੇ ਕਰਨ ਵਾਲਾ ਤੇ ਫਰਸ਼ਾਂ ਤੋਂ ਅਰਸ਼ਾਂ ਤੇ ਕਰਨ ਵਾਲਾ ਗੁਰੂ ਗੋਬਿੰਦ ਸਿੰਘ ਸਰਬ ਕਲਾ ਸਮਰੱਥ ਹੈ। ਰਾਏ ਕੱਲੇ ਨੇ ਸਤਿਗੁਰਾਂ ਨੇ ਕਿਉਂ ਬਚਨ ਉਚਾਰਨ ਕੀਤੇ ਹਨ। ਚਹੁ ਬਨਾਵੋ ਛਿਨਕ ਮਹਿ ਅਨ ਬਨ ਬਨ ਜਾਤੀ। ਰਾਏ ਕੱਲਾ ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਆਪ ਜੀ ਜੇਕਰ ਚਾਹੋ ਇੱਕ ਛਿਨ ਦੇ ਵਿੱਚ ਦੁਨੀਆ ਨੂੰ ਬਣਾ ਦਿੰਦੇ ਨੇ ਤੇ ਇੱਕ ਛਿਨ ਦੇ ਵਿੱਚ ਦੁਨੀਆ ਨੂੰ ਨਾਸ ਕਰ ਦੇਣ ਵਾਲੇ। ਆਪ ਜੀ ਇੰਨੇ ਸਮਰੱਥ ਹੋ। ਤੇ ਇੱਕ ਪ੍ਰਮਾਣ ਆਪ ਜੀ ਦੇ ਨਾਲ ਸਾਂਝਾ ਕਰਦਾ ਜਾਵਾਂ, ਮਤਾ ਮਨ ਵਿੱਚ ਖਿਆਲ ਆਵੇ। ਦਸਮ ਗ੍ਰੰਥ ਦੀ ਪਾਵਨ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਦੁਨੀਆ ਦੇ ਉੱਤੇ ਸ਼੍ਰੀ ਕ੍ਰਿਸ਼ਨ ਵਰਗੇ ਕਰੋੜਾਂ ਕੀੜੇ ਪੈਦਾ ਕੀਤੇ ਨੇ। ਸ਼੍ਰੀ ਕ੍ਰਿਸ਼ਨ ਵਰਗੇ ਕਰੋੜਾਂ ਪੈਦਾ ਕੀਤੇ ਨੇ। ਕਰੋੜਾਂ ਪੈਦਾ ਕਰਕੇ ਫਿਰ ਉਹਨਾਂ ਨੂੰ ਧਰਤੀ ਵਿੱਚ ਗੱਡਿਆ, ਯਾਨੀ ਕਿ ਮੌਤ ਹੋ ਗਈ। ਧਰਤੀ ਵਿੱਚ ਗੱਡਿਆ ਤੇ ਫੇਰ ਪੈਦਾ ਕੀਤੇ। ਮਹਾਰਾਜ ਕਹਿੰਦੇ ਪੈਦਾ ਕਰਕੇ ਗੁਰੂ ਗੋਬਿੰਦ ਸਿੰਘ ਏਡਾ ਸਮਰੱਥ ਹੈ, ਫੇਰ ਮੌਤ ਦੇ ਕਾਰਨ ਮਹਾਰਾਜ ਕਹਿੰਦੇ ਕਾਲ ਦੇ ਵਸ ਪਾ ਦਿੱਤੇ। ਇਹ ਮਹਾਰਾਜ ਸਾਹਿਬ ਜੀ ਨੇ ਲਿਖਿਆ ਹੈ। ਕਿਤੇ ਕ੍ਰਿਸ਼ਨ ਕੀਟ ਕੂਟੈ ਉਹ ਸਾਰੇ ਗੜੇ ਫੇਰ ਮੇਟੇ ਬਣਾਏ, ਅਗਾਧ ਅਭੈ ਆਦ ਅਦਵੈ ਅਵਿਨਾਸ਼ੀ, ਪ੍ਰੇਮ ਪਰਮ ਪੂਰਨ ਪ੍ਰਕਾਸ਼ੀ। ਇਹ ਅਕਾਲ ਉਸਤਤ ਪਾਵਨ ਬਾਣੀ ਦੇ ਬੋਲੇ। ਗੁਰੂ ਇੱਕ ਸਰਬ ਕਲਾ ਸਮਰੱਥ ਹੈ। ਸ਼੍ਰੀ ਕ੍ਰਿਸ਼ਨ ਵਰਗੇ ਕਿੰਨੇ ਬਣਾ ਦਿੱਤੇ। ਸਵਈਆ ਪੜੋ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਦਸਮ ਦੇ ਅੰਦਰ। ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਸ਼੍ਰੀ ਰਾਮਚੰਦਰ ਵਰਗੇ ਕਿੰਨੇ ਆਏ ਤੇ ਕਿੰਨੇ ਦੁਨੀਆ ਦੇ ਤੋਂ ਚਲੇ ਗਏ। ਸ਼ਿਵ ਜੀ ਵਰਗੇ ਕਿੰਨੇ ਆਏ ਤੇ ਕਿੰਨੇ ਦੁਨੀਆ ਦੇ ਤੋਂ ਕਰ ਦਿੱਤੇ। ਪੀਰ ਪੈਗੰਬਰ ਤੇਰੀ ਰਜ਼ਾ ਦੇ ਵਿੱਚ ਆਉਂਦੇ ਨੇ, ਛਿਣ ਦੇ ਵਿੱਚ ਤੂੰ ਪੈਦਾ ਕਰ ਦੇਣਾ ਤੇ ਛਿਣ ਦੇ ਵਿੱਚ ਉਹਨਾਂ ਨੂੰ ਕਾਲ ਦੇ ਵਸ ਪਾ ਦੇਣਾ ਹੈ। ਮਹਾਰਾਜ ਏਡੇ ਸਮਰੱਥ ਨੇ। ਇੱਥੇ ਤੇ ਬੰਦਿਆਂ ਦੀ ਗੱਲ ਪਈ ਕਰਦੇ ਨੇ। ਮਹਾਰਾਜ ਕਹਿੰਦੇ ਦੁਨੀਆ ਦੇ ਕਲਾ ਅਵਤਾਰ ਵੀ ਕਿੰਨੇ ਮਹਾਰਾਜ ਨੇ ਪੈਦਾ ਕੀਤੇ ਤੇ ਕਿੰਨੇ ਮਿੱਟੀ ਦੇ ਵਿੱਚ ਗੱਡ ਕਰਕੇ ਤੇ ਕਾਲ ਦੇ ਵਸ ਪਾ ਦਿੱਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਏਡੇ ਸਰਬ ਕਲਾ ਸਮਰੱਥ ਨੇ। ਮਤਾ ਮਨ ਵਿੱਚ ਕੋਈ ਖਿਆਲ ਆਵੇ, ਜੇ ਕੋਈ ਸਨਾਤਨ ਧਰਮ ਦਾ ਵੀਰ ਭੈਣ ਬੈਠਾ ਹੋਵੇ, ਮਤਾ ਮਨ ਵਿੱਚ ਖਿਆਲ ਆਵੇ ਵੀ ਅਸੀਂ ਜੀ ਇੱਥੇ ਸ਼੍ਰੀ ਕ੍ਰਿਸ਼ਨ ਦੀ ਗੱਲ ਕੀਤੀ ਹੈ, ਸ਼ਿਵ ਜੀ ਦੀ ਗੱਲ ਕੀਤੀ ਹੈ। ਗੁਰੂ ਕੇ ਸਿੱਖੋ, ਇਹ ਮੈਂ ਬੇਨਤੀ ਕਰਾਂਗਾ, ਮੇਰਾ ਪਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਲਿਖ ਕਰਕੇ ਦੇ ਕਰਕੇ ਗਿਆ ਉਹ ਬਿਲਕੁਲ ਸੱਚ ਹੈ।
क्योंकि महाराज ने बाणी गुरु गुरु है बाणी विच बाणी अमृत सारे। जे गुरु गोबिंद सिंह महाराज सच्चे पातशाह जी के मन में कोई वारशल हुंदा ते फिर गुरु गोबिंद सिंह महाराज साहब जी ने दसम ग्रंथ के अंदर श्री कृष्ण अवतार के अंदर जदों महाभारत का युद्ध हुंदा है ते अर्जुन हथियार सुट दिंदा है ते उत्थे एक योद्धा श्री कृष्ण के रूप में बन करके भगवान ने आप अर्जुन की मदद की ते फिर उन्हें रणभूमि नूं जित्तिया। ओदा एक जोधे वाला पक्ष सी श्री कृष्ण महाराज साहब जी का। जे गल महाराज साहब जी के मन में कोई गल होंदी महाराज ने वो पक्ष नहीं सी लिखना। ये मेरी बेनती है जे गल शिव जी की महाराज ने गल की ते सच्चाई लिखी है महाराज किने देख लो जे जिउंदा साडे सामने कर दे। ते गुरु गोबिंद सिंह महाराज त्रै कालदर्शी ने तिन्ना कालां दे विच जुगो जुग अटल सतगुरु ने गुरु ग्रंथ साहिब महाराज साहब जी प्यारे जिउंदे जागदे साडे सामने ने। ਇਹ ਮਦਾ ਮਨ ਵਿੱਚ ਕੋਈ ਖਿਆਲ ਪੈਦਾ ਹੋਵੇ ਕਿਉਂਕਿ ਪਿਛਲੇਰੇ ਸਮੇਂ ਇੱਥੇ ਕਥਾ ਕੀਤੀ ਸੀ ਕੁਝ ਵੀਰਾਂ ਭੈਣਾਂ ਵੱਲੋਂ ਕੁਝ ਸਵਾਲ ਕੀਤੇ ਗਏ ਨੇ ਉਹਨਾਂ ਦੇ ਅਸੀਂ ਜਵਾਬ ਦੇਣ ਵਾਸਤੇ ਗੁਰੂ ਨੇ ਕਿਰਪਾ ਕੀਤੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹਨਾਂ ਦੇ ਜਵਾਬ ਅਸੀਂ ਦਿੱਤੇ ਸੋ ਗੱਲ ਮੰਨਣ ਦੇ ਵਿੱਚ ਵੀ ਆਈ। ਇਸ ਢੰਗ ਦੇ ਨਾਲ ਰਾਏ ਕੱਲਾ ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਆਪ ਦੀ ਸਰਬ ਕਲਾ ਸਮਰੱਥ ਹੋ ਇੱਕ ਛਿਣ ਦੇ ਵਿੱਚ ਧਰਤੀ ਨੂੰ ਸਾਜ ਸਕਦੇ ਹੋ ਇੱਕ ਛਿਣ ਦੇ ਵਿੱਚ ਧਰਤੀ ਨੂੰ ਮੇਟ ਸਕਦੇ ਹੋ। ਨਰ ਲੀਲਾ ਕਲ ਕਾਲ ਕੀ ਕਰ ਜਗ ਦਿਖਰਾਵੋ। ਮਹਾਰਾਜ ਸਾਹਿਬ ਜੀ ਕਲਯੁਗ ਦੀ ਜਿੰਨੀ ਲੀਲਾ ਵੀ ਵਰਤ ਰਹੀ ਹੈ ਆਪ ਜੀ ਦੇ ਹੁਕਮ ਦੇ ਵਿੱਚ ਵਰਤ ਰਹੀ ਹੈ। ਹਰਖ ਛੋਗ ਨਹਿ ਵਿਆਪ ਹੀ ਤਿਲ ਲੇਪ ਨ ਲਾਵੋ। ਇਹ ਤੇ ਬਚਨ ਨਾ ਰਾਗੰ ਨਾ ਰੰਗੰ ਨਾ ਰੂਪੰ ਨਾ ਰੇਖੰ ਨਾ ਦੋਹੰ ਨਾ ਦਵੈਖੰ ਇਹ ਬਚਨ ਇੱਥੇ ਪੜੇ ਜਾਣਗੇ। ਰਾਏ ਕੱਲਾ ਆਖਣ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਆਪ ਜੀ ਨੂੰ ਨਾ ਤੇ ਸੁੱਖ ਦੀ ਕੋਈ ਖੁਸ਼ੀ ਹੁੰਦੀ ਹੈ ਤੇ ਨਾ ਦੁੱਖ ਦੀ ਕੋਈ ਗਮੀ ਹੁੰਦੀ। महाराज साहब जी आप जी ਨੂੰ ਨਾ ਤੇ ਸੁੱਖ ਦੀ ਕੋਈ ਖੁਸ਼ੀ ਹੁੰਦੀ ਏ ਤੇ ਨਾ ਦੁੱਖ ਦੀ ਕੋਈ ਗਮੀ ਹੁੰਦੀ ਹੈ। ਦੁੱਖ ਸੁੱਖ ਦੇ ਤੁਹਾਨੂੰ ਵਿਆਪਦਾ ਹੀ ਨਹੀਂ ਦੁੱਖ ਸੁੱਖ ਤੁਹਾਨੂੰ ਵਿਆਪਦਾ ਹੀ ਤੁਸੀਂ ਇੰਨੇ ਨਿਰਲੇਪ ਹੋ ਕਿਉਂ ਨਿਰਲੇਪ ਨੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਤਾਂ ਨਿਰਲੇਪ ਨਹੀਂ ਸਤਿਗੁਰੂ ਨਾ ਕੋਈ ਪੁੱਤਰ ਤੇ ਨਾ ਕੋਈ ਧੀਆ ਇਹ ਅਕਾਲ ਪੁਰਖ ਨੇ ਨਾ ਅਸੀਂ ਪੜ੍ਹਦੇ ਹਾਂ ਸੈਭੰ ਆਪਣੇ ਆਪ ਤੋਂ ਜਿਹਦਾ ਪ੍ਰਕਾਸ਼ ਹੋਇਆ ਹੋਵੇ ਤਾਂ ਕਰਕੇ ਦੁੱਖ ਵਿਆਪਦਾ ਨਹੀਂ ਹੈ। ਮਹਾਰਾਜ ਸਾਹਿਬ ਜੀ ਦੀ ਪਾਕ ਗੁਰਬਾਣੀ ਪੜ੍ਹ ਦੋ ਉਹਦੇ ਵਿੱਚ ਬਚਨ ਆਵੇਗਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁਖ ਸਨੇਹ ਅਰ ਪੈ ਨਹੀਂ ਜਾਗੈ ਕੰਚਨ ਮਾਟੀ ਮਾਨੈ ਪਰਵਾਰ ਨਹੀਂ ਕਿਸੇ ਕੇਰੀ ਬਾਤ ਸੱਚੈ ਨਾਹੀ ਸੁਖਮਨੀ ਸਾਹਿਬ ਪੜੋ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਕਾਟੀ ਤੈਸਾ ਮਾਨ ਤੈਸਾ ਅਭਿਮਾਨ ਉਹਦੇ ਅੱਗੇ ਸੋਨਾ ਧਰ ਦਿਓ। ਤੇ ਮਹਾਰਾਜ ਸਾਹਿਬ ਜੀ ਉਹ ਅਸੀਂ ਸਾਖੀ ਪੜ੍ਹੀਏ ਨਾ ਹੀਰਾ ਘਾਟ ਦੀ ਸਾਖੀ ਆਉਣੀ ਹੈ ਨਗੀਨਾ ਘਾਟ ਆਉਣਾ ਹੀ ਹੈਗਾ ਤੇ ਮਹਾਰਾਜ ਸਾਹਿਬ ਨੂੰ ਕੋਈ ਫਰਕ ਨਹੀਂ। ਏਡੇ ਵਿਗੜੇ ਸਮੇਂ ਵਿੱਚ ਕਿਸੇ ਨੇ ਪਾਸ ਭੇਟ ਕੀਤਾ ਤੇ ਸਤਿਗੁਰਾਂ ਨੇ ਖੂਹ ਵਿੱਚ ਸੁੱਟ ਦਿੱਤਾ ਨਾ ਤੇ ਸੁੱਖ ਦੀ ਇੰਨਾ ਵਿਗੜਾ ਸਮਾਂ ਆਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹੋ ਬਚਨ ਉਚਾਰਨ ਕੀਤਾ ਭਾਈ ਸਾਹਿਬ ਸਿੰਘ ਸਾਹਿਬ ਜੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਰਾਇਆ ਕੱਲਾ ਆਖਣ ਲੱਗਾ ਸਤਿਗੁਰੂ ਨਾ ਤੇ ਸੁੱਖ ਦੀ ਕੋਈ ਖੁਸ਼ੀ ਨਾ ਦੁੱਖ ਦੀ ਕੋਈ ਗਮੀ ਆਪ ਜੀ ਨਿਰਲੇਪ ਹੋ। ਜਿਹੜੇ ਬਚਨ ਗੁਰੂ ਨਾਨਕ ਸਾਹਿਬ ਨੇ ਲਿਖੇ ਨੇ ਜੈਸੇ ਜਲ ਮੈਂ ਕਮਲ ਨਿਰਾਗਨ ਮੁਰਗਾਈ ਮੈਂ ਸਾਣੈ ਸ਼ਬਦ ਸੁਰਤ ਪਦ ਸਾਗਰ ਤਰੀਏ ਨਾਨਕ ਨਾਮ ਵਖਾਣੈ। ਮਹਾਰਾਜ ਸਾਹਿਬ ਜੀ ਐਸੀ ਅਵਸਥਾ ਹੈ ਤੁਹਾਡੀ ਹਮ ਲੋਕਨ ਕੋ ਦੇਖਦੀ ਜਬਰੀ ਤਰਕੇਸ਼ਾ ਤੁਰਕਾਂ ਦੀ ਜ਼ਬਰਦਸਤੀ ਮਹਾਰਾਜ ਜੋ ਸਾਡੇ ਉੱਤੇ ਜ਼ਬਰ ਕਰਦੇ ਨੇ ਜ਼ੁਲਮ ਕਰਦੇ ਨੇ ਮਹਾਰਾਜ ਉਹ ਅਸੀਂ ਆਪਣੀਆਂ ਅੱਖਾਂ ਦੇ ਨਾਲ ਤੱਕਿਆ ਹੈ। ਕਰਿਓ ਬੁਰਾ ਤਿਨ ਆਪਨ ਸਭ ਤੁਮ ਸੋ ਰਾਜ ਦਵੈਸ਼ਾ। ਮਹਾਰਾਜ ਸਾਹਿਬ ਜੀ ਉਹ ਸਾਡੇ ਸਾਰਿਆਂ ਦੇ ਨਾਲ ਤੁਰਕਾਂ ਨੇ ਬਹੁਤ ਬੁਰਾ ਕੀਤਾ ਹੈ ਫੌਜਾਂ ਲਿਆ ਕਰਕੇ ਲਿਆਂਦੀਆਂ ਹਨ। ਸੁਣ ਕੇ ਸ਼੍ਰੀ ਮੁਖ ਤੇ ਕਹਿਓ ਇਮ ਹੋਵਨ ਹਾਰੀ। ਮਹਾਰਾਜ ਸਾਹਿਬ ਜੀ ਨੇ ਬਚਨ ਉਚਾਰਨ ਕੀਤਾ ਮਹਾਰਾਜ ਕਿੰਨੇ ਹੋਣੀ ਨੂੰ ਕੋਈ ਟਾਲ ਨਹੀਂ ਸਕਦਾ। ਰਾਏ ਕੱਲੇ ਜੋ ਅਕਾਲ ਪੁਰਖ ਨੇ ਲਿਖ ਦਿੱਤਾ ਹੈ ਉਹਨੂੰ ਕੋਈ ਟਾਲ ਨਹੀਂ ਸਕਦਾ। ਤੁਰ ਲਿਖਿਆ ਪਰਵਾਣਾ ਫਿਰਿਆ ਨਾਹੀ ਗੁਰ ਜਾਵੇ ਹਰ ਪ੍ਰਭ ਪਾਸ ਜੀਓ ਰਾਮ ਕਰੀ ਸਾਧ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਅਕਾਲ ਪੁਰਖ ਨੇ ਲਿਖ ਦਿੱਤਾ ਹੈ ਉਹਨੂੰ ਕੋਈ ਮੇਟ ਨਹੀਂ ਸਕਦਾ। ਮਿਟਤ ਨਾ ਕੋਟ ਕੁਪਾਵਤੇ ਨਰ ਹਵੈ ਕੈ ਨਾਰੀ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਮਨੁੱਖ ਕਿੰਨੇ ਵੀ ਯਤਨ ਕਰ ਲਵੇ ਭਾਵੇਂ ਉਹ ਇਸਤਰੀ ਹੈ ਭਾਵੇਂ ਉਹ ਪੁਰਸ਼ ਹੈ ਮਹਾਰਾਜ ਕਹਿੰਦੇ ਜੋ ਅਕਾਲ ਪੁਰਖ ਨੇ ਲਿਖ ਦਿੱਤਾ ਉਹਨੂੰ ਕੋਈ ਮੇਟ ਨਹੀਂ ਸਕਦਾ ਉਹਨੂੰ ਕੋਈ ਮੇਟ ਨਹੀਂ ਸਕਦਾ। ਅਸੀਂ ਪੜ੍ਹਦੇ ਹਾਂ ਪਾਵਨ ਗੁਰਬਾਣੀ ਫੁਨਹੇ ਮਹੱਲਾ ਪੰਜਵਾ ਉਹਦੇ ਅੰਦਰ ਸਤਿਗੁਰੂ ਜੀ ਬਚਨ ਕਰਦੇ ਨੇ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਨੇ ਲਿਖ ਦਿੱਤਾ ਹੈ ਕਿ ਐਸ ਦਿਨ ਤੇਰੀ ਮੌਤ ਹੋ ਜਾਣੀ ਹੈ। ਇੱਕ ਦਿਨ ਨਿਸ਼ਚਿਤ ਕਰ ਦਿੱਤਾ ਹੈ ਕੀਨੇ ਕਰਮ ਗਵਾਰ ਉਹ ਸ਼ਬਦ ਪੜੋ ਸਾਰਾ ਸਤਿਗੁਰੂ ਜੀ ਕਹਿੰਦੇ ਨੇ ਅਨੇਕਾਂ ਕਰਮ ਕਰਦੇ ਅਨੇਕਾਂ ਯਤਨ ਕਰ ਦਿੱਤੇ ਵੀ ਮੌਤ ਟਲ ਜਾਵੇ ਜੋ ਅਕਾਲ ਪੁਰਖ ਨੇ ਲਿਖਿਆ ਟਲ ਜਾਵੇ ਪਰ ਕਿਸੇ ਵੀ ਤਰੀਕੇ ਨਾਲ ਟਲਦਾ ਨਹੀਂ।
ਭਾਵੇਂ ਨਰ ਹੈ ਭਾਵੇਂ ਨਾਰੀ ਹੈ, ਸਤਿਗੁਰੂ ਜੀ ਕਹਿੰਦੇ ਨੇ ਜੋ ਲਿਖ ਦਿੱਤਾ ਹੈ ਉਹਨੂੰ ਮੇਟਿਆ ਨਹੀਂ ਜੇ ਜਾ ਸਕਦਾ। ਜਿੱਥੇ ਮਰਜ਼ੀ ਦੁਨੀਆ ਦੇ ਉੱਤੇ ਚਲੇ ਜਾਓ, ਜੋ ਅਕਾਲ ਪੁਰਖ ਨੇ ਲਿਖ ਦਿੱਤਾ ਹੈ ਸਤਿਗੁਰੂ ਜੀ ਨੇ ਹੋਣੀ ਨੂੰ ਕੋਈ ਟਾਲ ਨਹੀਂ ਸਕਦਾ। ਹੋਣੀ ਨੂੰ ਜਿੱਥੇ ਟਾਲ ਨਹੀਂ ਨਾ ਸਕਦਾ, ਉੱਥੇ ਅਸੀਂ ਪਹਿਲਾਂ ਵੀ ਬਚਨ ਪੜ੍ਹੇ ਨੇ, ਮਨ ਕਰਕੇ ਉਹਦੇ ਸਾਰਾ ਕੁਝ ਮਿਟ ਵੀ ਜਾਂਦਾ ਹੈ। ਬਚਨ ਪੜ੍ਹੇ ਨੇ ਨਾ ਅਸੀਂ ਕੱਲ ਦੇ ਦੀਵਾਨਾਂ ਵਿੱਚ ਇਹਦੀ ਸਪਸ਼ਟਤਾ ਜ਼ਰੂਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਇੱਕ ਪਾਸੇ ਮਿਟਿਆ ਵੀ ਜਾ ਸਕਦਾ, ਦੂਜੇ ਪਾਸੇ ਮੇਟ ਵੀ ਦਿੰਦੇ ਨੇ ਸਤਿਗੁਰੂ। ਗੁਰੂ ਸਰਬਰਾ ਸਮਰੱਥ ਹੈ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਾਏ ਕੱਲੇ ਨੂੰ ਕਿਉਂ ਬਚਨ ਆਖੇ ਹਨ? ਮਾਨਨੀਏ ਸਭ ਸੀਸ ਪਰ ਸੁਰ ਅਸੁਰਨ ਕੇਰੀ। ਮਹਾਰਾਜ ਕਹਿੰਦੇ ਨੇ ਮਾਨਨੀਏ ਮਨੁੱਖ ਦੀ ਕੀ ਗੱਲ ਕਰਦੇ, ਅਸੁਰ ਕਹਿੰਦੇ ਨੇ ਦੈਂਤਾਂ ਨੂੰ ਤੇ ਸੁਰ ਕਹਿੰਦੇ ਨੇ ਦੇਵਤੇ ਨੂੰ। ਮਹਾਰਾਜ ਕਹਿੰਦੇ ਨੇ ਇੱਥੇ ਮਨੁੱਖਾਂ ਦੀ ਕੀ ਗੱਲ ਪੈ ਕਰਨੀ, ਦੇਵਤੇ ਦੈਂਤ ਦੁਨੀਆ ਦੇ ਉੱਤੇ ਆਏ ਨੇ, ਉਹਨਾਂ ਤੇ ਵੀ ਜਿਹੜੀ ਹੋਣੀ ਬਣੀ ਹੈ ਉਹਨਾਂ ਨੂੰ ਵੀ ਕੋਈ ਟਾਲ ਨਹੀਂ ਸਕਦਾ। ਨਰ ਬਪੁਰੇ ਕੀ ਕਹਾ ਗਤ ਜੋ ਫੇਰਾ ਹੇਰੀ। ਮਹਾਰਾਜ ਕਹਿੰਦੇ ਨੇ ਮਨੁੱਖ ਦੀ ਕੀ ਗੱਲ ਹੈ, ਕੀ ਇਹਦੀ ਹਾਲਤ ਹੈ, ਕੀ ਇਹਦੀ ਹਸਤੀ ਹੈ। ਮਹਾਰਾਜ ਕਹਿੰਦੇ ਨੇ ਇਹਦੀ ਕੀ ਹਸਤੀ ਹੈ, ਰੱਬ ਦੀ ਹੋਂਦ ਨੂੰ ਟਾਲ ਦਵੇ, ਰੱਬ ਦੀ ਕਰਨੀ ਨੂੰ ਟਾਲ ਦਵੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਨੁੱਖ ਦੀ ਕੋਈ ਹਸਤੀ ਨਹੀਂ, ਮਨੁੱਖ ਦੀ ਕੋਈ ਔਕਾਤ ਨਹੀਂ ਮਹਾਰਾਜ ਦੇ ਅੱਗੇ। ਇਹ ਤੇ ਮਹਾਰਾਜ ਕਹਿੰਦੇ ਨੇ ਮਿੱਟੀ ਦਾ ਇੱਕ ਪੁਤਲਾ ਹੈ। ਇੱਕ ਵਿਦਵਾਨ ਲਿਖਦਾ ਹੈ, ਕਹਿੰਦਾ ਆਦਮੀ ਦਾ ਜਿਸਮ ਕਿਆ ਜਿਸ ਤੇ ਸ਼ੈਦਾ ਹੈ ਜਹਾਂ। ਚਿੱਟੇ ਰੰਗ ਦਾ ਕਿਸੇ ਦਾ ਚੰਮ ਹੋਵੇ ਨਾ ਤੇ ਦੁਨੀਆ ਵੈਰ ਪੈ ਜਾਂਦੀ ਹੈ ਕਿ ਦਾ ਰੰਗ ਬੜਾ ਸੋਹਣਾ ਹੈ। ਐਵੇਂ ਹੀ ਆ ਨਾ ਜੀ। ਇਹ ਮਹਾਂਪੁਰਖ ਮੇਰੇ ਵਿਦਿਆਦਾਤਾ ਇਹ ਗੱਲ ਕਹਿੰਦੇ ਹੁੰਦੇ ਨੇ, ਜਿਨ੍ਹਾਂ ਦੀ ਚਮੜੀ ਸੋਹਣੀ ਹੈ ਦੁਨੀਆ ਨੂੰ ਟਿਕਣ ਨਹੀਂ ਜੇ ਦਿੰਦੀ। ਇਹ ਗੱਲ ਯਾਦ ਰੱਖਿਓ, ਦੁਨੀਆ ਜਿਹਦਾ ਰੰਗ ਚਿੱਟਾ ਹੋਵੇ ਉਹ ਟਿਕਣ ਨਹੀਂ ਜੇ ਦਿੰਦੀ। ਜਿਹਦਾ ਰੰਗ ਥੋੜਾ ਪੱਕਾ ਹੋਵੇ ਨਾ, ਜਿਹਦਾ ਰੰਗ ਥੋੜਾ ਪੱਕਾ ਹੋਵੇ ਤੇ ਉਹ ਸਹਿਣਸ਼ੀਲਤਾ ਦੇ ਨਾਲ ਵੀ ਚੱਲਦਾ ਏ, ਉਹਦੇ ਅੰਦਰ ਭਾਵੁਕਤਾ ਵੀ ਹੁੰਦੀ ਏ, ਉਹਦੇ ਅੰਦਰ ਦਇਆ ਵੀ ਹੁੰਦੀ ਹੈ। ਇਹ ਕਮਾਈ ਵਾਲੇ ਮਹਾਂਪੁਰਖਾਂ ਦੇ ਬਚਨ ਨੇ। ਹੋ ਸਕਦਾ ਇਹ ਬਚਨਾਂ ਦੇ ਨਾਲ ਤੁਸੀਂ ਨਾ ਸਹਿਮਤ ਹੋਵੇ ਕਿਉਂਕਿ ਉਹਨਾਂ ਦੇ ਨਿੱਜੀ ਬਚਨ ਨੇ। ਇੱਕ ਵਿਦਵਾਨ ਲਿਖਦਾ, ਕਹਿੰਦਾ ਆਦਮੀ ਦਾ ਜਿਸਮ ਕਿਆ ਜਿਸ ਤੇ ਸ਼ੈਦਾ ਹੈ ਜਹਾਂ। ਦੁਨੀਆ ਸ਼ਦਾਈ ਹੋ ਜਾਂਦੀ ਹੈ ਆਦਮੀ ਦੇ ਜਿਸਮ ਦੇ ਉੱਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਮਨੁੱਖ ਦੀ ਕੀ ਹਸਤੀ ਹੈ। ਤੇ ਵਿਦਵਾਨ ਕਹਿੰਦਾ ਹੈ ਆਦਮੀ ਦਾ ਜਿਸਮ ਕਿਆ ਜਿਸ ਤੇ ਸ਼ੈਦਾ ਹੈ ਜਹਾਂ। चूना गारा खून इसका ईटे इसकी हड्डियां चंद सांसों पर टिका है ये ख्याली आसमां। मौत की पुरजोर आंधी इससे जब टकराएगी देख लेना ये इमारत टूट कर बिखर जाएगी। फरीद साहब जी कहते ने पंजाबी विच वेख फरीदा मिट्टी खुली मिट्टी उत्ते मिट्टी डुली मिट्टी हसे मिट्टी रोवे अंत मिट्टी दा मिट्टी होवे। मिट्टी मिट्टी के नाल गल्लां भी करदी है ना, एवें है ना। महात्मा पुरुष ਤੁਰਿਆ ਜਾਂਦਾ ਹੈ ਰਸਤੇ ਦੇ ਅੰਦਰ, ਬਾਜ਼ਾਰ ਦੇ ਵਿੱਚ ਚਾਰ ਗੱਲਾਂ ਕਰਦੇ ਨੇ, ਮੁਰੀਦ ਨਾਲ ਆਪਸ ਦੇ ਵਿੱਚ ਗੱਲਾਂ ਕਰਦੇ ਨੇ। ਕਿਸੇ ਜਵਾਕ ਨੇ ਪੁੱਛਿਆ ਫਲਾਣਾ ਪੁਰਸ਼ ਬਹੁਤ ਦਾਨਾ ਹੈ, ਉਹ ਚਾਰ ਬੰਦਿਆਂ ਨੂੰ ਸਮਝਾ ਰਿਹਾ ਹੈ, ਚਾਰ ਬੰਦਿਆਂ ਨੂੰ ਸਮਝਾਉਂਦਾ ਪਿਆ ਹੈ। ਮਹਾਤਮਾ ਪੁਰਸ਼ ਨੇ ਆਖਿਆ ਭਲਿਆ ਲੋਕਾ ਇੱਥੇ ਕੀ ਕਿਸੇ ਨੂੰ ਸਮਝਾਉਣਾ, ਦੁਨੀਆ ਦੇ ਵਿੱਚ ਮਿੱਟੀ ਮਿੱਟੀ ਦੇ ਨਾਲ ਗੱਲਾਂ ਕਰਦੀ ਪਈ ਹੈ, ਤੂੰ ਵੀ ਮਿੱਟੀ ਤੇ ਮੈਂ ਵੀ ਮਿੱਟੀ, ਚਾਰ ਦਿਨਾਂ ਦਾ ਮੇਲਾ ਹੈ। ਸਤਿਗੁਰੂ ਜੀ ਕਹਿੰਦੇ ਨੇ ਮਨੁੱਖ ਦੀ ਕੀ ਹਸਤੀ ਹੈ, ਮਿੱਟੀ ਦੀ ਕੀ ਹਸਤੀ ਹੈ। ਸਤਿਗੁਰੂ ਜੀ ਕਹਿੰਦੇ ਨੇ ਇਹ ਗੱਲ ਰਾਏ ਕੱਲੇ ਯਾਦ ਰੱਖ, ਇੱਥੇ ਦੇ ਦੇਵਤੇ ਆਏ ਨੇ, ਦੈਂਤ ਆਏ ਨੇ, ਉਹ ਨਹੀਂ ਹੋਣੀ ਨੂੰ ਟਾਲ ਸਕੇ ਤੇ ਮਨੁੱਖ ਕਿਤੋਂ ਹੋਣੀ ਨੂੰ ਟਾਲ ਸਕਦਾ ਹੈ। ਬਹੁਰ ਕਹਿਓ ਸ਼੍ਰੀ ਬੰਦਨ ਤੇ ਸੁਨ ਕੱਲਾ ਰਾਉ। ਮਹਾਰਾਜ ਸਾਹਿਬ ਜੀ ਨੇ ਆਖਿਆ ਕੱਲਾ ਰਾਉ, ਹੁਣ ਸਾਡਾ ਇੱਕ ਬਚਨ ਸੁਣਨਾ ਕਰ। ਹੈ ਅਰੂੜ ਗਮ ਨੀਜੀਏ ਕੁਛ ਚਲੇ ਅਗਾਉ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਅਗਾਹ ਚੱਲੀਏ, ਕੋਈ ਪ੍ਰਬੰਧ ਕਰ ਤੇ ਹੁਣ ਆਪਾਂ ਇਸ ਤੋਂ ਅਗਾਹ ਚੱਲਣਾ ਕਰੀਏ। ਮਾਨ ਹੁਕਮ ਕੋ ਹੈ ਚੜਿਓ ਪੁਨ ਸਤਿਗੁਰ ਪਿਆਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਮੰਨ ਕੇ ਹੈ, ਹਾ ਤੇ ਲਿਖਿਆ ਸ਼ਬਦ ਹੈ ਦੇ ਲਫ਼ਜ਼ੀ ਅਰਥ ਨਾ ਘੋੜਾ। ਸਵਈਆਂ ਦੇ ਵਿੱਚ ਸ਼ਬਦ ਪੜ੍ਹਦੇ ਹੈ ਰਾਜ ਹਰਿਆਵੇ, ਹੈ ਰਾਜ ਦੇ ਲਫ਼ਜ਼ੀ ਅਰਥ ਨੇ ਰਾਜਿਆਂ ਤੇ ਘੋੜਿਆਂ ਦੇ ਰਾਜਿਆਂ ਦੇ ਰਾਜੇ। ਹੈ ਰਾਜ ਯਾਨੀ ਕਿ ਘੋੜਿਆਂ ਦੇ ਵਿੱਚੋਂ ਬਹੁਤ ਸੁੰਦਰ ਘੋੜੇ। ਇੱਥੇ ਹੈ ਸ਼ਬਦ ਲਫ਼ਜ਼ੀ ਅਰਥ ਨੇ ਘੋੜੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਮੰਨ ਕਰਕੇ ਰਾਏ ਥੱਲੇ ਨੇ ਇੱਕ ਘੋੜਾ ਲਿਆਂਦਾ ਹੈ, ਘੋੜੇ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਵਾਰ ਕੀਤਾ ਹੈ। ਲੰਮੇ ਗ੍ਰਾਮ ਪੁਨ ਪਹੁੰਚ ਕੇ ਬਚ ਰਾਏ ਬਖਾਨੇ। ਲੰਮੇ ਪਿੰਡ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਪਹੁੰਚ ਕਰਕੇ ਤੇ ਰਾਏ ਕੱਲੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਉਂ ਬਚਨ ਆਖੇ ਹਨ। ਕਰੋ ਆਰਾਮ ਕੁਛ ਆਏ ਬਹੁ ਦੂਰੀ। ਮਹਾਰਾਜ ਸਾਹਿਬ ਜੀ ਪੁੱਤਰ ਕਰਕੇ ਥੋੜਾ ਆਰਾਮ ਕਰੋ, ਬਹੁਤ ਲੰਬਾ ਪੈੜਾ ਤੈਅ ਕਰਕੇ ਆਏ ਹਾਂ। ਮੁਝ ਪਰ ਕਰੁਣਾ ਕੀਜੀ ਹੈ ਦ੍ਰਿਸ਼ਟੀ ਦਿਖ ਰੂਰੀ। ਸਤਿਗੁਰੂ ਜੀ ਮੇਰੇ ਉੱਤੇ ਕਿਰਪਾ ਕਰੋ, ਮਿਹਰ ਭਰੀ ਦ੍ਰਿਸ਼ਟੀ ਪਾ ਕਰਕੇ ਮੇਰਾ ਕਲਿਆਣ ਕਰੋ। ਲੰਮੇ ਗ੍ਰਾਮ ਥਿਰ ਜੀਏ
ਆਇਓ ਹੋ ਮੈਂ ਸੰਗੀ। ਸਤਿਗੁਰੂ ਜੀ ਲੰਬੇ ਪਿੰਡ ਵਿੱਚ ਹੁਣ ਤੁਸੀਂ ਇੱਥੇ ਪੜਾ ਕਰੋ, ਮੈਂ ਤੁਹਾਡੇ ਨਾਲ ਆਇਆ ਹਾਂ, ਮੈਂ ਤੁਹਾਡਾ ਸਤ ਸੰਗੀ ਹਾਂ। ਬੈਠ ਬਿਤਾਵੋ ਸਮਾ ਪੁੱਛ ਮਮ ਪਰਹੋ ਉਮੰਗੀ। ਸਤਿਗੁਰੂ ਜੀ ਕਿਰਪਾ ਕਰਕੇ ਮੇਰੀ ਉਮੰਗ ਨੂੰ ਪੂਰੀ ਕਰਨਾ ਕਰੋ ਤੇ ਇਸ ਪਿੰਡ ਦੇ ਵਿੱਚ ਕੁਝ ਸਮਾਂ ਬਤੀਤ ਕਰੋ। ਸੁਣ ਕਰ ਬੋਲੇ ਸਤਿਗੁਰੂ ਕੋ ਛਿਗਰ ਵਿਸਾਲਾ। ਮਹਾਰਾਜ ਸਾਹਿਬ ਜੀ ਉਸੇ ਵੇਲੇ ਬਚਨ ਉਚਾਰਨ ਕੀਤੇ ਨੇ। ਮਹਾਰਾਜ ਛੇਤੀ ਦੇ ਨਾਲ ਸਤਿਗੁਰੂ ਜੀ ਰਾਏ ਕੱਲੇ ਨੂੰ, ਜਦੋਂ ਰਾਏ ਕੱਲੇ ਨੇ ਆਖਿਆ ਮਹਾਰਾਜ ਇੱਥੇ ਆਸਣ ਲਾਓ, ਮੇਰੀ ਉਮੰਗ ਪੂਰੀ ਕਰੋ, ਬਖਸ਼ਿਸ਼ ਕਰੋ, ਤੇ ਮਹਾਰਾਜ ਸਾਹਿਬ ਜੀ ਨੇ ਉਸੇ ਸਮੇਂ ਤਤ ਛਿੰਨ ਦੇ ਵਿੱਚ ਇਹ ਬਚਨ ਉਚਾਰਨ ਕੀਤੇ ਹਨ। ਸੁਧ ਕੋ ਲਿਆਏ ਸਰਹੰਦ ਤੇ ਮਗ ਜਾਏ ਉਤਾਲਾ। ਮਹਾਰਾਜ ਕਹਿੰਦੇ ਨੇ ਹੁਣ ਕੋਈ ਸੇਵਕ ਆਪਣਾ ਲਿਆ, ਜਿਹੜਾ ਤੇਰਾ ਇਮਾਨਦਾਰ ਹੋਵੇ, ਇਮਾਨਤਾ ਤੇ ਵਿਸ਼ਵਾਸ ਦਾ ਪੱਕਾ ਹੋਵੇ, ਉਹਨੂੰ ਇੱਥੋਂ ਸਰਹੰਦ ਭੇਜ ਦੇ। ਜੇ ਲੰਮੇ ਪਿੰਡ ਅਸੀਂ ਬੈਠੇ ਆ, ਇੱਥੋਂ ਉਹਨੂੰ ਸਰਹੰਦ ਭੇਜ ਕੇ ਸਰਹੰਦੋਂ ਜਾ ਕਰਕੇ ਤੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਕੋਈ ਖਬਰ ਲੈ ਕਰਕੇ ਆਵੇ। ਮਹਾਰਾਜ ਕਹਿੰਦੇ ਨੇ ਤੇਰੇ ਤੂੰ ਕਹਿੰਦਾ 300 ਵਜ਼ੀਰ ਤੇ ਸੈਨਿਕ ਲੈ ਕਰਕੇ ਆਇਆ, ਕੋਈ ਇਮਾਨਦਾਰ, ਇਮਾਨ ਦਾ ਪੱਕਾ ਤੇ ਵਿਸ਼ਵਾਸ ਜਿਹੜਾ ਬੰਦਾ ਹੋਵੇ, ਉਹਨੂੰ ਸਾਡੇ ਕੋਲ ਲਿਆ ਕਰਕੇ ਸਰਹੰਦ ਦੀ ਖਬਰ ਲੈਣ ਵਾਸਤੇ ਉਹਨੂੰ ਭੇਜੀਏ। ਅਬ ਲਗ ਥਿਰ ਇਸ ਥਲ ਰਹਿ ਪੁਨ ਜਾਏ ਅਗਾਊ। ਮਹਾਰਾਜ ਕਹਿੰਦੇ ਨੇ ਉਹਨਾਂ ਸਮਾਂ ਅਸੀਂ ਇਸ ਪਿੰਡ ਵਿੱਚ ਰਵਾਂਗੇ ਜਿੰਨਾ ਚਿਰ ਉਹ ਬੰਦਾ ਸਰਹੰਦ ਤੋਂ ਖਬਰ ਲੈ ਕੇ ਵਾਪਸ ਨਹੀਂ ਆਉਂਦਾ। ਮਾਤਾ ਗੁਜਰੀ ਉਤ ਗਈ ਮਗ ਪਾਏ ਨਾ ਕਾਊ। ਮਾਤਾ ਗੁਜਰ ਕੌਰ ਜੀ ਸਰਹੰਦ ਵੱਲ ਗਏ ਨੇ, ਮਗ ਉਤ ਨਾ ਪਾਓ। ਮਹਾਰਾਜ ਕਹਿੰਦੇ ਨੇ ਕੋਈ ਪਤਾ ਨਹੀਂ ਅਗਾਂ ਕਿਹੜੇ ਰਸਤੇ ਗਏ ਹਨ। ਕਹਿ ਕੱਲਾ ਸ਼੍ਰੀ ਪ੍ਰਭ ਸੁਨਹੁ 10 ਜੋਜਨ ਜਾਨਹੁ। ਮਹਾਰਾਜ ਸਾਹਿਬ ਜੀ ਨੂੰ ਆਖਣ ਲੱਗੇ ਸਤਿਗੁਰੂ ਜੀ, हे ਪ੍ਰਭੂ ਦੀਨਾਨਾਥ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਲੰਮੇ ਪਿੰਡ ਤੋਂ ਲੈ ਕਰਕੇ ਸਰਹੰਦ ਦਾ ਰਸਤਾ ਜਿਹੜਾ 10 ਜੋਜਨ ਬਣਦਾ ਹੈ, 10 ਜੋਜਨ ਦਾ ਰਸਤਾ ਬਣਦਾ ਹੈ ਲੰਮੇ ਪਿੰਡ ਤੋਂ ਲੈ ਕਰਕੇ ਸਰਹੰਦ ਤੱਕ ਦਾ। ਪੁਰ ਸਰਹੰਦ ਇਸ ਥਾਨ ਤੇ ਸਭ ਕਰੋ ਬਖਾਨ। ਮਹਾਰਾਜ ਸਾਹਿਬ ਜੀ ਸਰਹੰਦ ਤੋਂ ਲੈ ਕਰਕੇ ਇਹ ਲੰਮੇ ਪਿੰਡ ਤੋਂ ਲੈ ਕਰਕੇ ਸਰਹੰਦ ਤੱਕ ਦਾ ਜਿੰਨਾ ਰਸਤਾ ਬਣਦਾ ਹੈ, 10 ਜੋਜਨ ਦਾ ਰਸਤਾ ਬਣਦਾ ਹੈ, ਉਸ ਰਸਤੇ ਦੇ ਵਿੱਚ ਕੀ ਕੀ ਹੋਵੇਗਾ, ਕਿਵੇਂ ਕਿਵੇਂ ਆਪਾਂ ਜਾਣਾ ਹੈ, ਮਹਾਰਾਜ ਸਾਹਿਬ ਜੀ ਉਹ ਸਾਰਾ ਵਿਖਿਆਨ ਕਰਕੇ ਮੈਂ ਹੁਣ ਤੁਹਾਨੂੰ ਦੱਸਦਾ ਆ। ਇਹ ਰਾਏ ਕੱਲੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੀ ਦੱਸਿਆ, ਤੇ ਫਿਰ ਕਿਹੜਾ ਵਜ਼ੀਰ ਚਾਹੇ ਕਿਹੜਾ ਇਮਾਨਦਾਰ ਤੇ ਵਿਸ਼ਵਾਸ ਪਾਤਰ ਬੰਦਾ ਰਾਏ ਕੱਲੇ ਨੇ ਲੰਮੇ ਪਿੰਡ ਤੋਂ ਸਰਹੰਦ ਨੂੰ ਭੇਜਿਆ, ਤੇ ਉਹ ਬੰਦਾ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਆਗਿਆ ਲੈ ਕਰਕੇ 10 ਜੋਜਨ ਹੁੰਦਾ ਕਿੰਨਾ ਹੈ, ਕਿੰਨਾ ਪੈਂਡਾ ਤੈਅ ਕਰਕੇ ਕਿੰਨੇ ਦਿਨਾਂ ਦੇ ਵਿੱਚ ਉੱਥੇ ਗਿਆ, ਰਸਤੇ ਵਿੱਚ ਜਾਂਦਿਆਂ ਨੇ ਕੀ ਵੇਖਿਆ, ਉੱਥੋਂ ਕੀ ਖਬਰ ਲੈ ਕੇ ਤੇ ਕਿਵੇਂ ਖਬਰ ਲੈ ਕਰਕੇ, ਚਾਹੇ ਜਿਹੜਾ ਬੰਦਾ ਭੇਜਿਆ ਸੀ ਇੱਥੋਂ ਉਹਦੀ ਸਰਹੰਦ ਵਿੱਚ ਕੀ ਰਿਸ਼ਤੇਦਾਰੀ ਸੀ, ਉਹ ਬੰਦਾ ਕਿਵੇਂ ਗਿਆ, ਕਿਵੇਂ ਰਸਤਾ ਪੈਂਡਾ ਕੀਤਾ, ਰਸਤੇ ਵਿੱਚ ਕੀ ਕੁਝ ਹੋਇਆ ਤੇ ਕੀ ਕੁਝ ਉਹਨੇ ਵੇਖਿਆ, ਤੇ ਰਾਏ ਕੱਲੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੀ ਕੁਝ ਇਸ ਸਰਹੰਦ ਬਾਰੇ ਦੱਸਿਆ। ਉਹ ਗੁਰੂ ਕਿਰਪਾ ਕਰੇ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਇਹਨੂੰ ਵਾਚਣ ਦਾ ਯਤਨ ਕਰਾਂਗੇ। ਇਹ ਮੈਂ ਬੇਨਤੀ ਕਰਦੇ ਹਾਂ ਆ ਗੁਰਮੁਖ ਪਿਆਰੇ, ਸਾਰੀ ਸੰਗਤ ਆਪਣੇ ਗੁਰੂ ਘਰ ਜਿੰਨੇ ਵੀ ਸੇਵਾ ਗੁਰਮੁਖ ਪਿਆਰੇ ਕਰਦੇ ਨੇ, ਪੂਰੇ ਦਿਨ 7 ਵਜੇ ਰਹਿ ਰਾਸ ਸੋਦਰ ਦੀ ਮੁੱਖ ਵਾਕ ਦੀ ਸਮਾਪਤੀ ਕਰਦਿਆ ਕਰੋ ਗੁਰੂ ਕੇ ਪਿਆਰਿਓ, ਤਾਂ ਜੋ ਆਪਾਂ ਪੂਰੇ 7 ਵਜੇ ਦੇ ਨਾਲ ਕਥਾ ਪ੍ਰਾਰੰਭ ਕਰਦਿਆ ਕਰੀਏ ਤੇ ਪੂਰੇ 8 ਵਜੇ ਦੇ ਨਾਲ ਆਪਾਂ ਸਮਾਪਤੀ ਕਰਦਿਆ ਕਰੀਏ, ਕਿਉਂਕਿ ਸਮੇਂ ਦੀ ਆਪਾਂ ਲਿਆਕਤ ਨੂੰ ਜਾਣਨਾ ਹੈ। ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਜਿੱਥੇ ਆਪ ਆਉਂਦੇ ਹੋ ਹੋਰਨਾਂ ਨੂੰ ਲੈ ਕਰਕੇ ਆਇਆ ਕਰੋ ਗੁਰੂ ਕੇ ਪਿਆਰਿਓ, ਕਿਉਂਕਿ ਮਹਾਰਾਜ ਦੇ ਪਹਿਲੇ ਬਚਨ ਵਾਸਤੇ ਨੇ ਹਰ ਦੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਏ। ਇਹ ਬਚਨ ਪੜਿਆ ਕਰੋ ਤੇ ਬਚਨਾਂ ਨੂੰ ਕਮਾਉਣ ਦਾ ਯਤਨ ਕਰਿਆ ਕਰੋ। ਆਓ ਇੱਥੇ ਸਮਾਪਤੀ ਹੈ। ਅਗਾਲੇ ਪ੍ਰਸੰਗ ਗੁਰੂ ਕਿਰਪਾ ਕਰੇ ਅਸੀਂ ਆਉਣ ਵਾਲੇ ਦੀਵਾਨਾਂ ਵਿੱਚ ਵਾਚਣ ਦਾ ਯਤਨ ਕਰਾਂਗੇ। ਇਹ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬਿਰਧ ਪ੍ਰਕਾਰ ਦੀਆਂ ਪੁੰਨਾਂ ਦੀ ਖਿਮਾ। ਆਓ ਇਹ ਖੀਰ ਵਾਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ। ਕਹਿ ਕੱਲਾ ਸ਼੍ਰੀ ਪ੍ਰਭ ਸੁਨਹੁ 10 ਜੋਜਨ ਜਾਨਹੁ। ਪੁਰ ਸਰਹੰਦ ਇਸ ਥਾਨ ਤੇ ਸਭ ਕਰੋ ਬਖਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।